हेलो गाइस, आज आप करांगे आइस रीडिंग विच अपने को हैगा लिस्ट ऑफ हैडिंग द पैसेज नेम द स्टोरी ऑफ कॉफ़ी। अपने को पैसेज हैगा कॉफ़ी बारे, ये अपन सारा कॉफ़ी बारे दसिया होगा। हुण आप देखते हैं लिस्ट ऑफ हैडिंग करन दा वे। हुण मैं टिप्स दसां तुहानूं कि जिहड़ा अपने को है ना मैथड कि आपां फस्ट दो लाइनां बहुत सारे मैं देखिया कि बहुत सारे स्टूडेंट्स नूं ये ट्रेन किया जाता कि दो लाइनां पहलियां पढ़ लो जां दो लाइनां लास्ट ते पढ़ लो, है ना। बच्चे यूज़ भी यही मैथड करते, मोस्टली बच्चे ਕੰਮ ਕਰਦੇ ਹੈਗੇ ਨੇ कि ਪਹਿਲੀਆਂ ਦੋ ਲਾਈਨਾਂ ਪੜ੍ਹਦੇ ਆ ਜਾਂ ਲਾਸਟ ਵਾਲੀਆਂ ਦੋ ਲਾਈਨਾਂ ਪੜ੍ਹਦੇ ਆ। ਦੇਖੋ ਬੱਚੇ, ਜੇ ਆਪਾਂ ਪਹਿਲੀਆਂ ਦੋ ਲਾਈਨਾਂ ਪੜ੍ਹਾਂਗੇ ਹੈ ਨਾ, ਆਪਾਂ ਨੂੰ ਵੀ ਇਹ 'ਚੋਂ ਆਨਸਰ ਨਹੀਂ ਮਿਲਦਾ। ਇਹ 'ਚੋਂ ਆਪਣਾ ਦੋ ਲਾਈਨਾਂ ਦੇ ਵਿੱਚੋਂ ਵੱਧ ਤੋਂ ਵੱਧ ਆਪਣੇ ਨਾ ਕੀਵਰਡ ਜਿਹੜੇ ਉਹ ਮੈਚ ਹੋ ਜਾਂਦੇ ਆ ਹੈਡਿੰਗਸ ਨਾਲ। ਜਦੋਂ ਆਪਣੇ ਮੈਚ ਹੋ ਜਾਂਦੇ ਤਾਂ ਆਪਾਂ ਕਨਫਿਊਜ਼ ਹੋ ਜਾਂਦੇ ਅਤੇ ਆਪਾਂ ਹੈ ਨਾ ਆਨਸਰ ਰੋਂਗ ਲਾ ਦਿੰਦੇ ਹਾਂ। ਜਦੋਂ ਆਪਾਂ ਇਹ ਲਿਸਟ ਆਫ ਹੈਡਿੰਗ ਐਕਚੁਅਲ ਵਿੱਚ ਹੈਗੀ ਹੈ ਕਿ ਆਪਾਂ ਪੈਰਾਗ੍ਰਾਫ ਪੜ੍ਹਨਾ ਐਂਡ ਉਹਦਾ ਓਵਰਆਲ ਕੱਢਣਾ। ਜਦੋਂ ਓਵਰਆਲ ਹੋਊਗਾ ਨਾ ਉਹ ਹੈਡਿੰਗਸ ਨਾਲ ਮੈਚ ਕਰੂਗਾ, ਨਾ ਕਿ ਕੀਵਰਡ, ਠੀਕ ਆ। ਜਿੱਦਾਂ ਕਿ ਆਪਾਂ ਬਾਕੀ ਆਪਣੇ ਕੋਲ ਪਾਰਟ ਹੁੰਦੇ ਰੀਡਿੰਗ ਦੇ ਫਿਲਅਪ ਹੈ ਨਾ, ਦੈਨ ਟਰੂ ਫਾਲਸ, ਉਹ ਆਪਾਂ ਚਲੋ ਕੀਵਰਡ ਇੱਕ ਹੈ ਨਾ ਕੀਵਰਡ ਫਾਈਂਡ ਕਰਦੇ ਹਾਂ, ਦੈਨ ਆਪਾਂ ਮੈਚ ਕਰ ਲੈਂਦੇ ਹਾਂ। ਬਟ ਨਹੀਂ, ਲਿਸਟ ਆਫ ਹੈਡਿੰਗ ਨੂੰ ਸੋਲਵ ਕਰਨ ਦਾ ਵੇ ਥੋੜ੍ਹਾ ਅਲੱਗ ਆ, ਹੈ ਨਾ। ਇਹ ਆਪਾਂ ਪੂਰਾ ਪੈਰਾਗ੍ਰਾਫ ਹੀ ਆਪਾਂ ਨੂੰ ਪੜ੍ਹਨ ਦੀ ਨੀਡ ਹੈ, ਚਾਹੇ ਉਹ ਛੋਟਾ ਚਾਹੇ ਵੱਡਾ, ਆਪਾਂ ਨੂੰ ਪੜ੍ਹਨਾ ਹੀ ਪਏਗਾ। ਦੇਖੋ ਹੁਣ ਆਪਾਂ ਪੈਰਾਗ੍ਰਾਫ ਕੁਐਸਚਨ ਦੇਖ ਲੈਂਦੇ ਹਾਂ। ਪਹਿਲਾਂ ਆਪਣੇ ਕੋਲ ਪੈਸੇਜ ਵਿੱਚ ਕੀ ਕੁਐਸਚਨ ਦਿੱਤੇ ਹੋਏ ਆ। ਦੇਖੋ ਆਪਣੇ ਕੋਲ ਕੁਐਸਚਨ ਹੈਗੇ ਆ 6th ਕੁਐਸਚਨ ਆਪਣੇ ਕੋਲ ਤੇ 11th ਹੈਗੀਆਂ 11th ਆਪਣੇ ਕੋਲ ਹੈਗੀਆਂ ਹੈਡਿੰਗਸ। ਬਟ ਆਪਾਂ ਨੂੰ 6th ਚਾਹੀਦੀਆਂ, 6th ਨਾਲ 6th ਮੈਚ ਹੋਣਗੀਆਂ ਐਂਡ 5 ਆਪਣੇ ਕੋਲ ਐਕਸਟਰਾ ਦਿੱਤੀਆਂ ਹੈਗੀਆਂ ਆਪਾਂ ਨੂੰ ਕਨਫਿਊਜ਼ ਕਰਨ ਲਈ। ਸੋ ਆਪਣਾ ਜਿਹੜਾ ਪੈਰਾਗ੍ਰਾਫ ਏ ਆ ਆਲਰੇਡੀ ਸੋਲਵ ਆ। ਹੁਣ ਦੇਖਦੇ ਹਾਂ ਆਪਾਂ ਪੈਰਾਗ੍ਰਾਫ ਬੀ ਵਿੱਚ ਕੀ ਹੈ, ਠੀਕ ਆ। ਪੈਰਾਗ੍ਰਾਫ ਬੀ ਪੜ੍ਹਦੇ ਹਾਂ। ਦੇਖੋ ਆਪਾਂ ਸਾਰਾ ਪੈਰਾਗ੍ਰਾਫ ਪੜ੍ਹਨਾ, ਆਪਾਂ ਬਿਲਕੁਲ ਨਹੀਂ ਇਹ ਦੋ ਲਾਈਨਾਂ ਉੱਪਰੋਂ ਜਾਂ ਨੀਚੋਂ ਪੜ੍ਹਨੀਆਂ, ਠੀਕ ਆ। ਦ ਨਿਊਜ਼ ਆਫ ਦਿਸ ਐਨਰਜੀ ਲੇਡਨ ਫਰੂਟ ਕੁਇਕਲੀ, ਉਹ ਕਹਿੰਦੇ ਜਿਹੜੇ ਨਿਊਜ਼ ਸੀ ਨਾ ਫਰੂਟ ਦੀ, ਹੈ ਨਾ, ਇਹ ਕੁਇਕਲੀ ਮੂਵਡ ਹੋਈ, ਬੜੀ ਜਲਦੀ ਫੈਲੀ ਕਈ ਰੀਜ਼ਨਸ ਵਿੱਚ, ਕਈ ਖੇਤਰਾਂ ਵਿੱਚ। ਕਾਫੀ ਬੈਰੀਜ਼ ਵਾਜ਼ ਟਰਾਂਸਪੋਰਟਡ, ਹੁਣ ਟਰਾਂਸਪੋਰਟਡ ਹੋਈ ਫਰੋਮ ਇਥੋਪੀਆ ਟੂ ਅਰਾਬੀਅਨ। ਹੁਣ ਜਿਹੜੀ ਕਿ ਇਹ ਕਾਫੀ ਸੀਗੀ ਨੂੰ ਟਰਾਂਸਪੋਰਟ ਹੋਈ ਸੀਗੀ ਇਥੋਪੀਆ ਟੂ ਅਰਾਬੀਅਨ and Arabian Peninsula and first cultivated in what today is the country of Yemen। ਉਹ ਕਹਿੰਦੇ ਹੁਣ ਜਿਹੜੀ ਫਸਟ ਟਾਈਮ ਕਲਟੀਵੇਟਡ ਹੋਈ ਸੀ ਨਾ ਉਹ ਜਾਮਨ ਕੰਟਰੀ ਵਿੱਚ ਹੋਈ ਸੀਗੀ। Coffee remained a secret in Arabia before spreading to Turkey and then to the European continent by means of Venetian trade merchants। ਉਹ ਕਹਿੰਦੇ ਵੀ ਜਿਹੜੀ ਇੱਕ ਸੀਕਰੇਟ ਬਣੀ ਰਹੀ ਉਹ ਅਰਾਬੀਆ ਦੇ ਵਿੱਚ ਜਿੰਨਾ ਟਾਈਮ ਤੁਰਕੀ ਨਹੀਂ ਪਹੁੰਚੀ। ਜਦੋਂ ਉਹ ਤੁਰਕੀ ਪਹੁੰਚੀ ਉਦੋਂ ਬਾਅਦ ਉਹਦਾ ਵਪਾਰ ਸਟਾਰਟ ਹੋਇਆ, ਬਟ ਉਦੋਂ ਪਹਿਲਾਂ ਹੈ ਨਾ ਉਹ ਇੱਕ ਸੀਕਰੇਟ ਬਣੀ ਰਹੀ। ਹੁਣ ਜੇ ਓਵਰਆਲ ਦੀ ਗੱਲ ਕਰੀਏ ਆਪਾਂ ਤਾਂ ਆਪਣੇ ਕੋਲ ਇਹ ਗੱਲ ਉਹਨਾਂ ਨੇ ਆਪਾਂ ਦੇਖਦੇ ਇੱਕ ਨਜ਼ਰ ਮਾਰਦੇ ਹਾਂ ਕਿ ਉਹਨਾਂ ਨੇ ਆਪਣਾ ਦੱਸਿਆ ਕਿ ਇਹਦੀ ਜਿਹੜੀ ਖਬਰ ਸੀਗੀ ਉਹ ਤੇਜ਼ੀ ਨਾਲ ਫੈਲ ਗਈ ਕਈ ਮਤਲਬ ਖੇਤਰਾਂ ਦੇ ਵਿੱਚ। ਫਸਟ ਉਹ ਕਹਿੰਦੇ ਵੀ ਜਿਹੜੀ ਇਹ ਟਰਾਂਸਪੋਰਟ ਹੋਣ ਲੱਗੀ ਸੀਗੀ ਇਥੋਪੀਆ ਤੋਂ, ਹੈ ਨਾ, ਅਰਾਬੀਅਨ, ਅਤੇ ਫਿਰ ਉਹ ਕਹਿੰਦੇ ਜਿਹੜੇ ਕਲਟੀਵੇਟ ਪਹਿਲਾਂ ਕੀਤੀ ਗਈ ਸੀ ਉਹ ਜਾਮਨ 'ਚ ਕੀਤੀ ਗਈ ਸੀ, ਬਾਅਦ ਵਿੱਚ ਇਹ ਅਰਾਬੀਆ ਵਿੱਚ ਵੀ ਸੀਕਰੇਟ ਰਹੀ। ਕੁਛ ਟਾਈਮ ਲਈ ਬਾਅਦ ਵਿੱਚ ਇਹ ਤੁਰਕੀ ਪਹੁੰਚੀ ਅਤੇ ਦੈਨ ਉੱਥੇ ਜਾ ਕੇ ਉਹਦਾ ਵਪਾਰ ਸਟਾਰਟ ਹੋਇਆ, ਠੀਕ ਆ। ਆਪਾਂ ਇਹ ਗੱਲ ਦੇਖੀਏ। ਹੁਣ ਆਪਾਂ ਦੇਖਦੇ ਮੈਚ ਕਿੰਨਾ ਕਰਦਾ। ਦੇਖੋ ਆਪਣੇ ਕੋਲ ਟਿਪਸ ਇਹ ਹੈ ਕਿ ਆਪਾਂ ਇਹ ਨਹੀਂ ਦੇਖਣਾ ਕਿ ਆਪਣੇ ਕੋਲ ਇਹ ਵਾਲਾ ਮੈਚ ਕਰਦਾ ਜਾਂ ਇਹ ਵਾਲਾ ਮੈਚ ਕਰਦਾ। ਆਪਾਂ ਇਹ ਦੇਖਣਾ ਹੈਗਾ ਗਾ ਵੀ ਆਪਣੇ ਕੋਲ ਕਿਹੜਾ ਨਹੀਂ ਮੈਚ ਕਰਦਾ, ਤਾਂ ਜਿਹੜਾ ਬਚੂਗਾ ਤਾਂ ਉਹ ਆਪਣਾ ਆਨਸਰ ਹੋਊਗਾ, ਠੀਕ ਆ। ਹੁਣ ਆਪਾਂ ਦੇਖਦੇ ਹਾਂ ਗਰੋਇੰਗ ਕੌਫੀ, ਕੋਈ ਕੌਫੀ ਗਰੋਨ ਬਾਰੇ ਗੱਲ ਨਹੀਂ ਹੋਈ। ਪ੍ਰੋਬਲਮ ਵਿਦ ਮੈਨੂਫੈਕਚਰ ਨੋ। ਪ੍ਰੋਸੈਸਿੰਗ ਦ ਬੀਨ, ਕੋਈ ਬੀਨ ਦਾ ਪ੍ਰੋਸੈਸ ਦੀ ਗੱਲ ਹੋਈ ਹੈ, ਨੋ। ਫਸਟ ਕੰਟੈਕਟ ਨੋ। ਅਰਾਬੀਅਨ ਕੌਫੀ ਨੋ। ਕੌਫੀ ਵਰਾਇਟੀਜ਼ ਨੋ। ਮੋਡਰਨ ਕੌਫੀ ਨੋ। ਦ ਸਪਰੈਡ ਆਫ ਕੌਫੀ, ਦੇਖੋ ਆਪਾਂ ਹੋਲਡ ਕਰਦੇ ਹਾਂ। ਦ ਸਪਰੈਡ ਮੇ ਉਹ ਕਹਿੰਦੇ ਵੀ ਕੌਫੀ ਜਿਹੜੀ ਫੈਲੀ, ਹੈ ਨਾ। ਦ ਕੰਜ਼ਿਊਮਿੰਗ ਕੌਫੀ, ਕੌਫੀ ਦੀ ਕੋਈ ਵਰਤੋਂ ਬਾਰੇ ਨੋ। ਕਲਾਈਮੇਟਸ ਫੋਰ ਕੌਫੀ, ਕੌਫੀ ਦੀ ਕਲਾਈਮੇਟਸ ਨੋ। ਦ ਕੌਫੀ ਪਲਾਂਟ, ਕੌਫੀ ਦੇ ਪਲਾਂਟ ਦੀ ਕੋਈ ਗੱਲ ਹੋਈ ਹੈ, ਬਿਲਕੁਲ ਨਹੀਂ, ਹੈ ਨਾ। ਹੁਣ ਆਪਣੇ ਕੋਲ ਆਨਸਰ ਬਚਦਾ ਸਪਰੈਡ ਆਫ ਕੌਫੀ, ਸਿਰਫ 8th। ਦੇਖੋ ਤੁਸੀਂ ਵੀਡੀਓ ਪਾਊਜ਼ ਕਰਕੇ ਨਾ ਦੇਖ ਸਕਦੇ ਹੋ ਤੁਸੀਂ ਕਿ ਆਪਣਾ ਕਿਸੇ ਹੋਰ ਨਾਲ ਬਿਲਕੁਲ ਮੈਚ ਨਹੀਂ ਕਰੂਗਾ। ਆਪਣੇ ਕੋਲ ਸਿਰਫ 8th ਆਨਸਰ ਆਉਂਦਾ, ਸੋ ਆਪਣਾ ਆਨਸਰ ਇਜ਼ 8th। ਹੁਣ ਨੈਕਸਟ ਦੇਖਦੇ ਹਾਂ ਆਪਾਂ ਪੈਰਾਗ੍ਰਾਫ ਸੀ ਲਈ। ਦੇਖੋ the coffee was first eaten as a food, though later people in Arabia would make a drink out of boiling the beans for its narcotic effects and medicine value। ਉਹ ਕਹਿੰਦੇ ਵੀ ਜਿਹੜੀ ਕੌਫੀ ਸੀ ਨਾ ਫਸਟ ਫੂਡ ਦੇ ਤੌਰ 'ਤੇ ਖਾਧੀ ਜਾਂਦੀ ਸੀ ਅਰਾਬੀਆ ਦੇ ਪੀਪਲ ਵਜੋਂ, ਅਤੇ ਫਿਰ ਇਹ ਡਰਿੰਕ ਵੀ ਬਣਾਇਆ ਗਿਆ ਬੋਇਲ ਕਰਕੇ ਜਿਹੜੇ ਬੀਨਸ ਸੀਗੇ ਉਹਨਾਂ ਨੂੰ ਬੋਇਲ ਕੀਤਾ ਗਿਆ
ਕਾਹਦੇ ਲਈ, ਨਾਰਕੋਟਿਕ ਜਿਹੜੇ ਨਸ਼ੀਲੇ ਮਤਲਬ ਕਿ ਐਜ਼ ਅ ਨਸ਼ੀਲੇ ਪਦਾਰਥ ਲਈ ਇਹਨੂੰ ਵਰਤਿਆ ਗਿਆ ਉਸ ਡਰਿੰਕ ਨੂੰ। ਐਂਡ ਮੈਡੀਸਨ ਵੈਲਿਊ ਐਜ਼ ਵੈਲ ਐਜ਼ ਉਹ ਕਹਿੰਦੇ ਜਿਹੜੇ ਮੈਡੀਸਨ ਵੈਲਿਊ ਵੀ ਸੀਗੀਆਂ ਉਹ ਇਹਦੇ ਲਈ ਵਰਤੇ ਜਾਂਦੇ ਸੀ ਦੋਨਾਂ ਚੀਜ਼ਾਂ ਲਈ। ਫਿਰ ਉਹ ਕਹਿੰਦੇ ਕਾਫੀ ਫੋਰ ਅ ਟਾਈਮ ਵਾਜ਼ ਨਨ ਐਜ਼ ਅ ਅਰਾਬੀਅਨ ਵਾਈਨ। ਉਹ ਕਹਿੰਦੇ ਵੀ ਇਹ ਇੱਕ ਮਤਲਬ ਕਿ ਵਾਈਨ ਦੇ ਅਰਾਬੀਅਨ ਵਾਈਨ ਦੇ ਨਾਂ 'ਤੇ ਮਸ਼ਹੂਰ ਹੋ ਗਈ। ਮੁਸਲਿਮ ਹੂ ਵਰ ਬੈਨ ਫਰੋਮ ਅਲਕੋਹਲ ਬਾਈ ਇਸਲਾਮ, ਵੀ ਉਹਨਾਂ ਲਈ ਉਹਨਾਂ ਨੇ ਇੱਕ ਵਾਈਨ ਦੇ ਤੌਰ 'ਤੇ ਯੂਜ਼ ਕਰਨੀ ਸ਼ੁਰੂ ਕਰਤੀ ਕੌਫੀ ਮੁਸਲਿਮ ਨੇ, ਜਿਨ੍ਹਾਂ ਨੂੰ ਇਸਲਾਮ ਵੱਲੋਂ ਅਲਕੋਹਲ ਸੀਗੀ ਜਿਹੜੀ ਉਹ ਬੈਨ ਸੀਗੀ। It was not until after coffee had been eaten as a food product, a wine and a medicine that it was discovered। ਉਹ ਕਹਿੰਦੇ ਇਹ ਫੂਡ ਹੀ ਨਹੀਂ ਸੀ ਇਕੱਲਾ, ਇਹ ਫਿਰ ਹੈ ਨਾ ਇਕੱਲਾ ਫੂਡ ਨਹੀਂ ਰਹੀ, ਇੱਕ ਵਾਈਨ ਵੀ ਬਣ ਗਈ, ਮਤਲਬ ਕਿ ਹੈ ਨਾ ਮੈਡੀਸਨ ਵੀ ਬਣ ਗਈ, ਡਿਸਕਵਰ ਹੋਈ ਸੀਗੀ, ਠੀਕ ਆ। Probably by completing accident in Turkey that by roasting the beans a delicious drink could be made। ਉਹ ਕਹਿੰਦੇ ਫਿਰ ਤੁਰਕੀ ਦੇ ਵਿੱਚ ਇੱਕ ਨਾ ਡਰਿੰਕ ਤਿਆਰ ਹੋਣ ਲੱਗਾ ਇਹਦਾ, ਹੈ ਨਾ ਕਿ ਉਹਨਾਂ ਨੂੰ ਰੋਸਟ ਕਰ ਦਿੱਤਾ ਜਾਂਦਾ ਸੀ ਬੀਨਸ ਨੂੰ, ਅਤੇ ਦੈਨ ਉਹਦਾ ਡਰਿੰਕ ਤਿਆਰ ਕੀਤਾ ਜਾਂਦਾ ਸੀਗਾ, ਠੀਕ ਆ, ਇੱਕ ਡਿਲੀਸ਼ੀਅਸ। ਦ ਰੋਸਟਡ ਬੀਨਸ ਵਰ ਫਸਟ ਕਰਸ਼ਡ ਐਂਡ ਦੈਨ ਬੋਇਲਡ ਇਨ ਵਾਟਰ ਕ੍ਰੀਏਟਿੰਗ ਅ ਕਰੂਡ ਵਰਜਨ ਆਫ ਬੈਵਰੇਜ ਵੀ ਇੰਜੋਏ ਟੂਡੇ। ਉਹ ਕਹਿੰਦੇ ਫਿਰ ਉਹਨਾਂ ਨੂੰ ਕਰਸ਼ ਕੀਤਾ ਗਿਆ, ਫਿਰ ਬੋਇਲ ਕਰਨ ਲੱਗੇ ਵਾਟਰ 'ਚ, ਅਤੇ ਫਿਰ ਉਹ ਕਹਿੰਦੇ ਇੱਕ ਉਹਨਾਂ ਨੇ ਉੱਦਾਂ ਦਾ ਬੈਵਰੇਜ ਤਿਆਰ ਕੀਤਾ, ਹੈ ਨਾ ਇੱਕ ਲਿਕੁਇਡ ਤਿਆਰ ਕੀਤਾ ਜਿਹੜਾ ਅੱਜ ਅਸੀਂ ਇੰਜੋਏ ਕਰਦੇ ਹਾਂ ਐਜ਼ ਅ ਕੌਫੀ, ਠੀਕ ਆ। The first coffee houses were opened in Europe in 17th century in 1675। The Viennese established the habit of preparing the brew by filtering out the grounds, sweetening it and adding a dash of milk। ਉਹ ਕਹਿੰਦੇ ਵੀ ਫਿਰ ਉਹਦੇ ਵਿੱਚ ਇਹ ਮਤਲਬ ਜਿਹੜਾ ਡਰਿੰਕ ਸੀ ਉਹਦੇ ਵਿੱਚ ਉਹਨਾਂ ਨੇ ਸਵੀਟ ਵੀ ਐਡ ਕੀਤਾ ਐਜ਼ ਕੁਛ ਮਤਲਬ ਸਵੀਟ ਲਈ, ਜਾਂ ਫਿਰ ਉਹਨਾਂ ਨੇ ਇੱਕ ਦੁੱਧ ਵੀ ਐਡ ਕਰਨਾ ਸਟਾਰਟ ਕੀਤਾ, ਠੀਕ ਆ। ਹੁਣ ਆਪਾਂ ਦੇਖੀਏ ਇਹਦੇ ਵਿੱਚ ਆਪਾਂ ਨੂੰ ਸ਼ੁਰੂ ਤੋਂ ਦੱਸਿਆ ਵੀ ਸੀ ਪੈਰਾਗ੍ਰਾਫ ਵਿੱਚ, ਉਹ ਕਹਿੰਦੇ ਪਹਿਲਾਂ ਵੀ ਉਹਨੂੰ ਫੂਡ ਦੇ ਤੌਰ 'ਤੇ ਯੂਜ਼ ਕਰਨ ਲੱਗੇ, ਫਿਰ ਉਹ ਕਹਿੰਦੇ ਵੀ ਰੋਸਟ ਕਰਨ ਲੱਗ ਕੇ ਨਾ ਉਹਦਾ ਡਰਿੰਕ ਵੀ ਬਣਾਉਣ ਲੱਗੇ, ਮੈਡੀਸਨ ਵੈਲਿਊ ਵੀ ਹੋ ਗਈ, ਇੱਕ ਵਾਈਨ ਦੇ ਤੌਰ 'ਤੇ ਵੀ ਇੱਕ ਦਵਾਈ ਵੀ ਹੋ ਗਈ, ਇੱਕ ਮਤਲਬ ਕਿ ਵਾਈਨ ਦੇ ਤੌਰ 'ਤੇ ਵੀ ਯੂਜ਼ ਕੀਤੀ ਗਈ, ਡਰਿੰਕ ਦੇ ਤੌਰ 'ਤੇ ਵੀ, ਫੂਡ ਦੇ ਤੌਰ 'ਤੇ ਵੀ, ਠੀਕ ਆ। ਹੁਣ ਆਪਾਂ ਦੇਖਦੇ ਹਾਂ ਵੀ ਇਹ ਆਪਣਾ ਕਿੰਨਾ ਮੈਚ ਕਰਦਾ। ਦੇਖੋ ਕਾਫੀ ਗਰੋਨ ਬਾਰੇ ਤਾਂ ਕੋਈ ਗੱਲ ਨਹੀਂ ਨਾ ਹੋਈ। ਪ੍ਰੋਬਲਮਸ ਵਿਦ ਮੈਨੂਫੈਕਚਰ ਨੋ, ਪ੍ਰੋਸੈਸਿੰਗ ਦ ਬੀਨਸ। ਇੱਥੇ ਨਾ ਤੁਸੀਂ ਵੀਡੀਓ ਨੂੰ ਪਾਊਜ਼ ਕਰੋ 30 ਸੈਕਿੰਡ, ਯੂ ਹੈਵ ਅ 30 ਸੈਕਿੰਡ ਟੂ ਸੋਲਵ ਕੁਐਸ਼ਨ। ਤੁਸੀਂ ਕੁਐਸ਼ਨ ਸੋਲਵ ਕਰਕੇ ਦੇਖੋ ਵੀ, ਹੈ ਨਾ, ਅਤੇ ਕਮੈਂਟ ਬਾਕਸ ਵਿੱਚ ਆਨਸਰ ਦਿਓ ਕਿ ਮੈਂ ਦੇਖਾਂਗੀ ਕਿ ਤੁਹਾਡਾ, ਮੈਂ ਜ਼ਰੂਰ ਚੈੱਕ ਕਰਾਂਗੀ ਤੁਸੀਂ ਆਨਸਰ ਮਤਲਬ ਸਹੀ ਐਕੂਰੇਟਲੀ ਦੇ ਰਹੇ ਹੋ। ਵੈਸੇ ਵੀ ਤੁਹਾਨੂੰ ਜਦੋਂ ਮੈਂ ਆਨਸਰ ਦੱਸ ਦੂੰਗੀ ਤੁਹਾਨੂੰ ਪਤਾ ਲੱਗੇਗਾ ਵੀ ਮੇਰਾ ਰੋਂਗ ਸੀ ਜਾਂ ਕਰੈਕਟ ਸੀਗਾ, ਹੈ ਨਾ, ਅਤੇ ਇਹਦੇ ਨਾਲ ਤੁਹਾਡਾ ਵੀ ਜਿਹੜਾ ਕੌਨਫੀਡੈਂਸ ਉਹ ਬੂਸਟ ਹੋਊਗਾ। ਹੁਣ ਆਪਾਂ ਦੇਖਦੇ ਹਾਂ ਪ੍ਰੋਸੈਸਿੰਗ ਦ ਬੀਨ, ਬਿਲਕੁਲ ਨਹੀਂ। ਫਸਟ ਕੰਟੈਕਟ ਨੋ, ਅਰੇਬੀਅਨ ਕੌਫੀ ਨੋ। ਕੌਫੀ ਵਰਾਇਟੀਜ਼, ਹੁਣ ਕੌਫੀ ਵਰਾਇਟੀਜ਼ ਦੀ ਕੋਈ ਗੱਲ ਨਹੀਂ ਹੋਈ ਹੈਗੀ। ਮਾਡਰਨ ਕੌਫੀ ਨੋ। ਹੁਣ ਆਹ ਤਾਂ ਆਪਣੇ ਕੋਲ ਹੋ ਗਿਆ ਨਾ, ਇਹ ਆਪਾਂ ਕੱਟ ਦਈਏ ਕਿਉਂਕਿ ਆਪਾਂ ਨੂੰ ਕਨਫਿਊਜ਼ ਕਰੂਗਾ, ਠੀਕ ਆ। ਕੰਜ਼ਿਊਮਿੰਗ ਕੌਫੀ, ਹੁਣ ਦੇਖੋ ਕੰਜ਼ਿਊਮਿੰਗ ਕੌਫੀ, ਹੁਣ ਆਪਣੇ ਕੋਲ ਆਪਾਂ ਨੂੰ ਪਤਾ ਲੱਗ ਗਿਆ ਵੀ ਕੰਜ਼ਿਊਮਿੰਗ ਕੌਫੀ ਹੈ ਕਿਉਂਕਿ ਉਹਦੀ ਵਰਤੋਂ ਹੀ ਦੱਸੀ ਗਈ ਨੇ ਸਾਰੇ ਪੈਰਾਗ੍ਰਾਫ ਵਿੱਚ। ਪਹਿਲਾਂ ਉਹ ਕਹਿੰਦੇ ਵੀ ਇਹ ਡਰਿੰਕ ਆ, ਹੈ ਨਾ, ਫਿਰ ਉਹ ਕਹਿੰਦੇ ਪਹਿਲਾਂ ਡਰਿੰਕ ਦੇ ਤੌਰ 'ਤੇ, ਫੂਡ ਦੇ ਤੌਰ 'ਤੇ ਵੀ ਯੂਜ਼ ਕੀਤਾ ਗਿਆ, ਫਿਰ ਉਹ ਕਹਿੰਦੇ ਵਾਈਨ ਵੀ ਇਹ ਮੈਡੀਸਨ ਵੈਲਿਊ ਵੀ, ਹੈ ਨਾ। ਫਿਰ ਉਹਨੇ ਇੱਥੇ ਆਪਾਂ ਨੂੰ ਸਾਰੀ ਉਹਨਾਂ ਨੇ ਵਰਤੋਂ ਦੱਸੀ ਕੌਫੀ ਦੀ, ਫਿਰ ਉਹਨੇ ਵੇ ਵੀ ਦੱਸਿਆ ਵੀ ਵੇ ਵਰਤਣ ਦਾ ਕੀ ਸੀਗਾ, ਉਹਨਾਂ ਨੇ ਕਿੱਦਾਂ, ਹੈ ਨਾ, ਮਤਲਬ ਕਿ ਰੋਸਟ ਕਰਨੇ, ਫਿਰ ਬੋਇਲ ਕੀਤੇ ਜਾਂ ਜਿਵੇਂ ਵੀ, ਹੈ ਨਾ, ਸਾਰਾ ਆਪਾਂ ਨੂੰ ਵੇ ਦੱਸਿਆ ਹੈਗਾ। ਸੋ ਆਪਣਾ ਆਨਸਰ ਇਜ਼ ਕੰਜ਼ਿਊਮਿੰਗ ਕੌਫੀ। ਇੱਕ ਵਾਰੀ ਆਪਾਂ ਹੋਲਡ ਕਰ ਲਈਏ, ਆਪਾਂ ਨੈਕਸਟ ਦੇਖ ਲਈਏ ਵੀ ਆਪਣਾ ਨੈਕਸਟ ਤਾਂ ਨਹੀਂ ਮੈਚ ਕਰਦੇ। ਕਲਾਈਮੇਟਸ ਫॉर ਕੌਫੀ, ਕਲਾਈਮੇਟਸ ਦੀ ਤਾਂ ਕੋਈ ਗੱਲ ਨਹੀਂ ਹੋਈ। ਕੌਫੀ ਦੇ ਪਲਾਂਟ ਦਾ ਕੁਝ ਦੱਸਿਆ, ਕੋਈ ਲੁੱਕ ਦੱਸੀ ਹੋਵੇ ਜਾਂ ਇੱਦਾਂ ਦਾ ਪਲਾਂਟ ਜਾਂ ਉੱਦਾਂ ਦਾ, ਹੈ ਨਾ, ਨੋ। ਇਸ ਲਈ ਆਪਣੇ ਕੋਲ ਕੰਜ਼ਿਊਮਿੰਗ ਕੌਫੀ ਸਿਰਫ ਆਪਣੇ ਕੋਲ ਇਹੀ ਮਿਲਦਾ। ਤੁਸੀਂ ਵੀਡੀਓ ਪੌਜ਼ ਕਰਕੇ ਵੀ ਚੰਗੀ ਤਰ੍ਹਾਂ ਇੱਕ ਵਾਰ ਹੋਰ ਪੜ੍ਹ ਕੇ ਦੇਖ ਸਕਦੇ ਹਾਂ, ਆਪਣਾ ਕੋਈ ਹੋਰ ਨਹੀਂ ਮੈਚ ਹੋਏਗਾ। ਜਿਹੜਾ ਆਪਣਾ ਆਨਸਰ ਹੋਊਗਾ ਸਿਰਫ ਉਹੀ ਮੈਚ ਹੋਊਗਾ ਜਦੋਂ ਆਪਾਂ ਸਾਰਾ ਪੈਰਾਗ੍ਰਾਫ ਪੜ੍ਹਾਂਗੇ। ਆਪਾਂ ਕਨਫਿਊਜ਼ ਉਦੋਂ ਹੁੰਦੇ ਹਾਂ ਜਦੋਂ ਆਪਾਂ 2 ਲਾਈਨਾਂ ਜਾਂ 4 ਲਾਈਨਾਂ ਪੜ੍ਹ ਕੇ ਮੈਚ ਕਰਨ ਲੱਗ ਜਾਂਦੇ ਹਾਂ, ਕਿਉਂਕਿ ਫਿਰ ਉਹ ਕੀਵਰਡ ਆਪਾਂ ਨੂੰ ਕਨਫਿਊਜ਼ ਕਰ ਦਿੰਦੇ ਆ, ਠੀਕ ਆ। ਹੁਣ ਆਪਾਂ ਦੇਖਦੇ ਹਾਂ ਪੈਰਾਗ੍ਰਾਫ ਡੀ। ਆਪਣੇ ਕੋਲੇ ਸੀ ਹੋ ਗਿਆ ਸੀ, ਹੁਣ ਪੈਰਾਗ੍ਰਾਫ ਡੀ ਆਪਣੇ ਕੋਲੇ। ਦੇਖੋ, if you were to explore the planet for coffee, you would find about 60 species of coffee plant growing wild in Africa, Malaysia and other regions। ਉਹ ਕਹਿੰਦੇ ਜਿਹੜੇ ਹੋਰ ਵੀ ਖੇਤਰਾਂ ਵਿੱਚ, ਮਲੇਸ਼ੀਆ ਦੇ, ਅਫਰੀਕਾ ਦੇ ਜਿਹੜੇ ਉਹ ਹੋਰ ਵੀ ਕਈ ਖੇਤਰਾਂ ਵਿੱਚ, ਜੰਗਲਾਂ ਦੇ ਵਿੱਚ ਜੇ ਤੁਸੀਂ ਮਤਲਬ ਕਿ ਕੌਫੀ ਦੇ ਪਲਾਂਟਸ ਐਕਸਪਲੋਰ ਕਰੋਗੇ ਨਾ ਤਾਂ ਤੁਹਾਨੂੰ 60 ਮਤਲਬ ਸਪੀਸੀਜ਼ ਮਿਲਣਗੀਆਂ ਕੌਫੀ ਦੀਆਂ। ਬਟ ਜਿਹੜੇ ਉਹ ਕਹਿੰਦੇ ਨੈਕਸਟ ਲਾਈਨ ਵਿੱਚ ਉਹਨਾਂ ਨੇ ਆਪਾਂ ਨੂੰ ਦੱਸਤਾ, ਬਟ ਓਨਲੀ ਅਬਾਊਟ 10 ਆਫ ਦੈਮ ਆਰ ਐਕਚੁਅਲੀ ਕਲਟੀਵੇਟਡ। ਆਫ ਦੀਜ਼ 10 2 ਸਪਾਈਸਿਸ ਆਰ ਰਿਸਪੋਂਸੀਬਲ ਫॉर ਆਲਮੋਸਟ ਆਲ ਦਾ ਕੌਫੀ ਪ੍ਰੋਡਿਊਸ ਇਨ ਦਾ ਵਰਲਡ।
ऑफ दीज 10 स्पैसीज ਉਹ ਕਹਿੰਦੇ ਵੀ ਮਤਲਬ ਕਿ ਬਟ 60 ਮਿਲਦੀਆਂ ਹੈਗੀਆਂ 60 ਮਿਲਦੀਆਂ ਬਟ ਜਿਹੜੀਆਂ 10 ਆ ਨਾ ਉਹੀ ਐਕਚੁਅਲੀ ਕਲਟੀਵੇਟਡ ਆ। ਫਿਰ ਉਹਨੇ ਨੈਕਸਟ ਹੋਰ ਅੱਗੇ ਗੱਲ ਦੱਸੀ ਉਹਨਾਂ ਨੂੰ ਆਪਾਂ ਪਰ ਜਿਹੜੀਆਂ 2 ਕਿਸਮਾਂ ਨਾ ਉਹੀ ਮੇਨ ਤੌਰ 'ਤੇ ਜਿਹੜੀ ਆਲਮੋਸਟ ਸਾਰੀ ਕੌਫੀ ਉਹਨਾਂ ਤੋਂ ਪ੍ਰੋਡਿਊਸ ਹੁੰਦੀ ਜਿਹੜੀ ਵਰਲਡ ਵਿੱਚ, ਠੀਕ ਆ। ਹੁਣ ਉਹਦੇ ਨਾਲ ਆਪਾਂ ਨਾਂ ਵੀ ਦੱਸਿਆ ਗਿਆ ਕੌਫੀਆ ਅਰੇਬਿਕਾ ਐਂਡ ਕੌਫੀਆ ਕੋਨੀਫੋਰਾ ਯੂਜ਼ਲੀ ਨਨ ਐਜ਼ ਅ ਰੋਬੂਸਟਾ because of ecologic difference existing among the various coffee producing countries। ਉਹ ਕਹਿੰਦੇ ਹੁਣ ਵੀ ਮਤਲਬ ਕਿ ਕਾਫੀ ਕੰਟਰੀਜ਼ ਦੇ ਵਿੱਚ ਹੈ ਨਾ ਇਕੋਲੋਜਿਕ ਡਿਫਰੈਂਸ ਦੇ ਮਤਲਬ ਕਿ ਮੌਜੂਦ ਆ ਅਤੇ ਕਈ ਤਰ੍ਹਾਂ ਦੇ ਆਪਾਂ ਨੂੰ ਕਾਫੀ ਪ੍ਰੋਡਿਊਸਿੰਗ ਕੰਟਰੀਆਂ ਮਿਲਦੀਆਂ ਜਿਨ੍ਹਾਂ 'ਚ ਕਾਫੀ ਪ੍ਰੋਡਿਊਸ ਕੀਤੀ ਜਾਂਦੀ ਹੈ। ਬੋਥ ਟਾਈਪਸ ਹੈਵ ਅੰਡਰਗੋਨ ਹੁਣ ਜਿਹੜੀਆਂ ਐਂਡ ਮੈਨੀ ਮਾਊਟੇਸ਼ਨ ਐਂਡ ਨਾਓ ਐਗਜ਼ਿਸਟ ਇਨ ਮੈਨੀ ਸਬ ਸਪੀਸੀਜ਼ ਬਟ ਜਿਹੜੀਆਂ 2 ਕਿਸਮਾਂ ਵੀ ਆ ਹੈ ਨਾ ਇਹਨਾਂ ਦੀਆਂ ਵੀ ਗਾਂ ਸਬ ਸਪੀਸੀਜ਼ ਹੈਗੀਆਂ ਵਾ ਹੋਰ ਵੀ ਇਹਨਾਂ ਦੋਨਾਂ ਦੀਆਂ ਹੋਰ ਕਿਸਮਾਂ ਨੈਕਸਟ ਹੈਗੀਆਂ, ਠੀਕ ਆ। ਹੁਣ ਉਹਨੇ ਆਪਾਂ ਨੂੰ ਜੋ ਓਵਰਆਲ ਦੀ ਗੱਲ ਕਰੀਏ ਆਪਾਂ ਇਸ ਪੈਰਾਗ੍ਰਾਫ ਵਿੱਚ ਉਹਨਾਂ ਨੇ ਆਪਾਂ ਨੂੰ ਦੱਸਿਆ ਪਹਿਲਾਂ 60 ਸਪੀਸੀਜ਼ ਹੈਗੀਆਂ ਹੈ ਨਾ ਟੋਟਲ ਕਾਫੀ ਦੀਆਂ ਆਪਾਂ ਨੇ ਅਰਥ 'ਤੇ ਅਵੇਲੇਬਲ ਹੈਗੀਆਂ ਐਂਡ ਜਿਹੜੀਆਂ 10 ਉਹ ਐਕਚੁਅਲੀ ਕਲਟੀਵੇਟਡ ਆ ਬਟ ਜਿਹੜੀਆਂ 2 ਆ ਉਹ ਰਿਸਪੋਂਸੀਬਲ ਆ ਕਿ ਜਿਹੜੀ ਆਲਮੋਸਟ ਕਾਫੀ ਪ੍ਰੋਡਿਊਸ ਹੁੰਦੀ ਇਨ ਦਾ ਵਰਲਡ। ਦੈਨ ਜਿਹੜੀਆਂ ਉਹ 2 ਹੈ ਨਾ ਉਹ ਕਹਿੰਦੇ ਵੀ ਉਹਨਾਂ ਦੋਨਾਂ ਦਾ ਵੀ ਗਾਂ ਨੈਕਸਟ ਜਾ ਕੇ ਸਬ ਸਪੀਸੀਜ਼ ਆ ਜਾਂਦੀਆਂ। ਹੁਣ ਆਪਾਂ ਦੇਖੀਏ ਕਿਹਦੇ ਨਾਲ ਮਿਲਦਾ ਹੈਗਾ ਡੀ ਪੈਰਾਗ੍ਰਾਫ ਦੇਖਣਾ ਆਪਣਾ ਕਿੰਨੀ ਜਲਦੀ ਹੈ ਨਾ ਇੱਦਾਂ ਹੁੰਦਾ ਕਿ ਆਪਾਂ ਦੇਖੋ ਗਰੋਇੰਗ ਕਾਫੀ ਨੋ ਪ੍ਰੋਬਲਮ ਵਿਦ ਮੈਨੂਫੈਕਚਰ ਬਿਲਕੁਲ ਨਹੀਂ ਪ੍ਰੋਸੈਸਿੰਗ ਦ ਬੀਨ ਪ੍ਰੋਸੈਸਡ ਨੋ ਫਸਟ ਕੰਟੈਕਟ ਨੋ ਅਰੇਬੀਅਨ ਕਾਫੀ ਨੋ ਕਾਫੀ ਫਸਟ ਕੰਟੈਕਟ ਨੋ ਕ੍ਰੌਪ ਅਰੇਬੀਅਨ ਕਾਫੀ ਨੋ। ਹੁਣ ਦੇਖੋ ਕਾਫੀ ਵਰਾਇਟੀਜ਼ ਦੇਖੋ ਵਰਾਇਟੀਜ਼ ਆ ਗਏ ਨਾ ਵਰਾਇਟੀਜ਼ ਹੀ ਦੱਸੀਆਂ ਸੀ ਆਪਾਂ ਨੂੰ 60 ਦੱਸੀਆਂ ਸੀ ਨਾ ਉਹਨਾਂ ਨੇ 60 ਸਪੀਸੀਜ਼ ਆ ਫਿਰ 10 ਫਿਰ 2 ਦੱਸੀਆਂ ਰਿਸਪੋਂਸੀਬਲ ਆ ਹੈ ਨਾ ਕਾਫੀ ਪ੍ਰੋਡਿਊਸ ਹੁੰਦੀ ਫਿਰ ਉਹਦੀਆਂ ਵੀ ਗਾਂ ਸਬ ਸਪੀਸੀਜ਼ ਹੈਗੀਆਂ, ਠੀਕ ਆ। ਹੁਣ ਸਪੀਸੀਜ਼ ਅਤੇ ਵਰਾਇਟੀਜ਼ ਦੇਖੋ ਹੁਣ ਕਿੰਨਾ ਆਪਣਾ ਹੈ ਨਾ ਆਪਾਂ ਨੂੰ ਮਿੰਟੋਂ ਪਤਾ ਲੱਗ ਗਿਆ ਕਾਫੀ ਵਰਾਇਟੀਜ਼ ਦੱਸੀਆਂ ਉਹਦੇ ਵਿੱਚ ਐਕਸਪਲੇਨ ਕੀਤਾ। ਸੋ ਆਪਣਾ ਆਨਸਰ ਹੈਗਾ ਕਾਫੀ ਵਰਾਇਟੀਜ਼। ਹੁਣ ਆਪਾਂ ਇਹਨੂੰ ਕੱਟ ਦਿੰਦੇ ਹਾਂ ਆਪਣਾ ਇਹ ਆਨਸਰ ਆ ਗਿਆ ਇਹ 6 ਇਹਦਾ 3rd ਦਾ ਆਨਸਰ ਆਪਣਾ 6th ਆ ਗਿਆ, ਠੀਕ ਆ ਕਾਫੀ ਵਰਾਇਟੀਜ਼। ਹੁਣ ਹੋ ਗਿਆ ਆਪਣਾ ਦੇਖੋ ਆਪਾਂ ਇਹ ਵੀ ਹੋ ਗਿਆ ਆਪਣਾ ਕੰਜ਼ਿਊਮਿੰਗ ਕਾਫੀ ਵੀ ਹੋ ਗਿਆ ਹੈ ਨਾ ਦਾ ਸਪਰੈਡ ਆਫ ਕਾਫੀ ਵੀ ਹੋ ਗਿਆ ਦਾ ਕਾਫੀ ਵਰਾਇਟੀਜ਼ ਵੀ ਹੋ ਗਿਆ। ਜੇ ਤੁਸੀਂ ਕਾਫੀ ਵਰਾਇਟੀਜ਼ ਨੂੰ ਵੀ ਹੋਲਡ ਕਰਕੇ ਨੈਕਸਟ ਦੇਖੋਗੇ ਨਾ ਤਾਂ ਤੁਹਾਡਾ ਕੋਈ ਨਹੀਂ ਮਿਲੇਗਾ। ਦੇਖੋ ਮਾਡਰਨ ਕਾਫੀ ਦੀ ਗੱਲ ਨਹੀਂ ਹੋਈ ਕਲਾਈਮੇਟਸ ਦੀ ਕੋਈ ਗੱਲ ਨਹੀਂ ਹੋਈ ਦਾ ਕਾਫੀ ਕੋਈ ਪਲਾਂਟ ਦੀ ਵੀ ਗੱਲ ਹੀ ਨਹੀਂ ਹੋਈ ਹੈ ਨਾ। ਸੋ ਆਪਣਾ ਆਨਸਰ ਇਹੀ ਬਣਦਾ ਹੈਗਾ ਕਾਫੀ ਵਰਾਇਟੀਜ਼। ਹੁਣ ਆਪਾਂ ਦੇਖਦੇ ਹਾਂ ਪੈਰਾਗ੍ਰਾਫ ਏ, ਠੀਕ ਆ। ਪੈਰਾਗ੍ਰਾਫ ਈ ਵਿੱਚ ਵੇਖੀਏ ਆਪਣੇ ਕੋਲ ਕੀ ਹੈਗਾ ਗਾ ਪੈਰਾਗ੍ਰਾਫ ਈ although wild plants can reach 10 to 12 meters in height the plant ਉਹ ਕਹਿੰਦੇ ਵੀ ਜਿਹੜੀ ਮਤਲਬ ਕਿ ਇਹ ਭਾਵੇਂ 10 ਤੋਂ 12 ਮੀਟਰਸ ਦੀ ਹੋ ਜਾਂਦੀ ਹੈ ਇਹਨਾਂ ਦੀ ਲੰਬਾਈ ਕਾਫੀ ਦੇ ਜਿਹੜੇ ਪਲਾਂਟਸ ਆ ਪਰ ਜਿਹੜੀ ਇਹਦੀ ਮਤਲਬ ਕਿ ਪਲਾਂਟੇਸ਼ਨ ਹੈ ਨਾ ਮਤਲਬ ਸਹੀ ਹੈ ਨਾ ਉਹ ਹਾਈਟ ਰੱਖਦੇ ਜਿੱਦਾਂ ਆਪਾਂ ਕਹਿ ਦਿੰਦੇ ਹਾਂ ਵੀ ਇੰਨੀ ਸਹੀ ਆ ਹੈ ਨਾ ਹਾਰਵੈਸਟ ਕਰਨ ਲਈ। ਉਹ ਕਹਿੰਦੇ ਵੀ ਉਹ 4 ਮੀਟਰਸ ਆ। ਹੁਣ ਨੈਕਸਟ ਲਾਈਨ ਦਾ ਰੀਚਸ ਹਾਈਟ ਆਫ ਅਰਾਊਂਡ 4 ਮੀਟਰਸ ਉਹ 4 ਮੀਟਰਸ ਹੀ ਰੱਖਦੇ। ਦਿਸ ਮੇਕਸ ਦਾ ਹਾਰਵੈਸਟ ਐਂਡ ਫਲਾਵਰਿੰਗ ਈਜ਼ੀਅਰ ਇਹਦੇ ਨਾਲ ਹਾਰਵੈਸਟ ਵੀ ਈਜ਼ੀਅਰ ਆ ਐਜ਼ ਵੈਲ ਐਜ਼ ਫਲਾਵਰਿੰਗ ਵੀ ਈਜ਼ੀਅਰ ਆ, ਠੀਕ ਹੈ। ਐਂਡ ਕਲਟੀਵੇਸ਼ਨ ਮੋਰ ਇਕਨੋਮਿਕਲ ਐਂਡ ਜਦੋਂ ਕਲਟੀਵੇਸ਼ਨ ਕਰਦੇ ਨਾ ਮੋਰ ਇਕਨੋਮਿਕਲ ਆ ਬੈਨੀਫੀਸ਼ੀਅਲ ਆ, ਠੀਕ ਆ। ਦ ਫਲਾਵਰਸ ਆਰ ਵਾਈਟ ਜਿਹੜੇ ਪਲਾਂਟ ਨੂੰ ਫਲਾਵਰ ਹੁੰਦੇ ਆ ਨਾ ਉਹ ਹੈਗੇ ਵਾਈਟ ਐਂਡ ਦ ਸਵੀਟ ਸੈਂਟਰ ਲਾਈਕ ਅ ਸਪੈਨਿਸ਼ ਜੈਸਮਿਨ ਉਹਨਾਂ ਵਿੱਚ ਜਿਹੜੀ ਸੈਂਟ ਆ ਨਾ ਉਹ ਜੈਸਮਿਨ ਇੱਕ ਫਲਾਵਰ ਦੀ ਐਗਜ਼ਾਮਪਲ ਲਈ ਉਹਨਾਂ ਨੇ ਅਤੇ ਉਹਦੇ ਵਾਂਗੂ ਉਹਦੇ ਵਿੱਚ ਸੈਂਟ ਹੁੰਦੀ ਹੈ, ਠੀਕ ਆ। ਫਲਾਵਰਸ ਗਿਵ ਅ ਵੇ ਟੂ ਅ ਰੈੱਡ ਐਂਡ ਡਾਰਕ ਸ਼ਬੈਰੀ ਜਿਹੜੀ ਡਾਰਕ ਸ਼ਬੈਰੀ ਹੈ ਨਾ ਉਹ ਇੱਕ ਜਿਹੜੇ ਫਲਾਵਰਸ ਆ ਨਾ ਉਹ ਰਾਹ ਵਾ ਇੱਕ ਡਾਰਕ ਬੈਰੀ ਹੋਣ ਦਾ। ਦੇਖੋ ਮਤਲਬ ਕਿ ਫਲਾਵਰਸ ਦੇ ਵਿੱਚੋਂ ਹੀ ਆਪਾਂ ਨੂੰ ਪਲਾਂਟ ਨੂੰ ਫਰੂਟ ਮਿਲਦਾ ਹੈ ਨਾ। At first sight the fruit is like a big cherry both in size and a colour। ਉਹ ਕਹਿੰਦੇ ਵੀ ਜਿਹੜੀ ਜਦੋਂ ਆਪਾਂ ਪਹਿਲੀ ਹੀ ਝਲਕ ਵਿੱਚ ਨਾ ਉਹ ਇੱਦਾਂ ਦਿੰਦਾ ਵਾ ਇੱਕ ਵੱਡੀ ਚੈਰੀ ਦੀ ਤਰ੍ਹਾਂ ਦਿਖਦਾ ਵਾ ਕਿ ਸਾਈਜ਼ ਵਿੱਚ ਵੀ ਅਤੇ ਕਲਰ ਵਿੱਚ ਵੀ ਰੰਗ ਵੀ ਉਹਦਾ ਉੱਦਾਂ ਦਾ ਹੁੰਦਾ ਵੱਡੀ ਚੈਰੀ ਵਾਂਗ ਅਤੇ ਉਹਦੇ ਸਾਈਜ਼ ਵੀ, ਠੀਕ ਆ। ਦ ਬੈਰੀ ਇਜ਼ ਕੋਟਡ ਵਿਦ ਦ ਥਿਨ ਰੈਡ ਫਿਲਮ ਕੰਟੇਨਿੰਗ ਅ ਵਾਈਟ ਸਰਜਰੀ ਮਿਕਲੀਜੀਨਸ ਫਲੈਸ਼ ਮਿਸੋਕਾਰਪ। ਉਹ ਕਹਿੰਦੇ ਵੀ ਉਹ ਜਿਹੜੀ ਮਤਲਬ ਬੈਰੀ ਹੈ ਨਾ ਉਹਦੇ ਵਿੱਚ ਇੱਕ ਮਤਲਬ ਕੋਟ ਹੁੰਦੀ ਹੈ ਥਿਨ ਰੈੱਡ ਕਲਰ ਦੀ ਹੈ ਨਾ ਉਹਨੂੰ ਐਪੀਕਾਰਪ ਕਹਿੰਦੇ ਆ ਅਤੇ ਇੱਕ ਵਾਈਟ ਕਲਰ ਦੀ ਉਹ ਹੁੰਦੀ ਆ ਵਿੱਚ ਉਹਦੇ ਵਾਈਟ ਕਲਰ ਦੀ ਉਹਦੇ ਸਰਜਰੀ ਹੁੰਦੀ ਆ ਤਾਂ ਉਹਨੂੰ ਮੀਸੋਕਾਰਪ ਕਹਿੰਦੇ। ਇਨਸਾਈਡ ਦਾ ਪਲਪ ਜਿਹੜੇ ਪਲਪ ਦੀ ਅੰਦਰਲੀ ਸਾਈਡ ਪਤਾ ਕੀ ਹੁੰਦਾ ਸੀਡਸ ਹੁੰਦੇ ਆ ਇਨ ਦਾ ਫੋਰਮ ਆਫ 2 ਬੀਨਸ ਕਪਲ
ਦੋ ਮਤਲਬ ਕਿ ਉਹਨਾਂ ਵਿੱਚ ਉਹ ਬਣਤਰ ਦੱਸੀ ਉਹਨਾਂ ਨੇ। ਦੇਅਰ ਫਲੈਟ ਸਰਫੇਸ ਤੇ ਅੰਦਰਲੀ ਸਾਈਡ ਸੀਡਸ ਮਿਲਦੇ ਆ। ਬੀਨਸ ਆਰ ਇਨ ਦਾ ਟਰਨ ਕੋਟਡ ਵਿਦ ਦ ਕਾਈਂਡ ਆਫ ਰੈਜ਼ਿਸਟੈਂਸ ਗੋਲਡਨ ਜੈਲੋ ਪਰਚਮੈਂਟ। ਹੁਣ ਉਹ ਕਹਿੰਦੇ ਵੀ ਅੰਦਰਲੀ ਸਾਈਡ ਜਦੋਂ ਮਤਲਬ ਬੀਨਸ ਦੇ ਹੈ ਨਾ, ਉਹ ਕਹਿੰਦੇ ਵੀ ਇੱਕ ਯੈਲੋ ਕਲਰ ਦਾ ਨਾ ਪਰਚਮੈਂਟ ਹੁੰਦਾ, ਉਹਨੂੰ ਪਤਾ ਕੀ ਕਹਿੰਦੇ ਆ, ਉਹਨੂੰ ਕਹਿੰਦੇ ਕਾਲ ਈਡੋਕਾਰਪ, ਠੀਕ ਆ, ਇੰਡੋਕਾਰਪ ਕਹਿੰਦੇ ਉਹਨੂੰ। ਜਦੋਂ ਗੋਲਡਨ ਜੈਲੋ ਜਿਹੜਾ ਪਰਚਮੈਂਟ ਉਹਨੂੰ ਇੰਡੋਕਾਰਪ ਕਹਿੰਦੇ ਆ। ਹੁਣ ਆਪਾਂ ਨੈਕਸਟ ਦੇਖਦੇ ਹਾਂ। ਨੈਕਸਟ ਲਾਈਨ 'ਚ ਉਹਨੇ ਆਪਾਂ ਨੂੰ ਦੱਸਿਆ ਵੈਨ ਪੀਲ, ਜਦੋਂ ਇਹਨੂੰ ਪੀਲ ਕੀਤਾ ਜਾਂਦਾ ਦ ਰੀਅਲ ਬੀਨ ਜਿਹੜਾ ਹੁੰਦਾ ਨਾ ਅਪੀਅਰਸ ਵਿਦ ਅਨਦਰ ਵੈਰੀ ਥਿਨ ਸਿਲਵਰੀ ਫਿਲਮ। ਉਹ ਕਹਿੰਦੇ ਇੱਕ ਸਿਲਵਰ ਜੀ ਮਤਲਬ ਕਿ ਉੱਤੇ ਹੈ ਨਾ ਉਹਦੇ ਆਪਾਂ ਕਹਿੰਦੇ ਕਵਰ ਹੁੰਦਾ ਇੱਕ। ਦ ਬੀਨਸ ਇਜ਼ ਬਲੂਇਸ਼ ਗ੍ਰੀਨ, ਜਿਹੜੇ ਬੀਨਸ ਹੁੰਦੇ ਉਹ ਬਲੂਇਸ਼ ਗ੍ਰੀਨ ਹੁੰਦੇ ਆ। ਐਂਡ ਵਰਜਿੰਗ ਔਨ ਬ੍ਰੌਂਜ ਐਂਡ ਇਜ਼ ਐਟ ਦ ਮੋਸਟ 11 ਮਿਲੀਮੀਟਰ ਲੌਂਗ ਐਂਡ ਦਾ 8 ਮਿਲੀਮੀਟਰ ਵਾਈਡ। ਜਿਹੜੇ ਬੀਨਸ ਹੁੰਦੇ ਆ ਉਹ ਜਿਹੜੇ 11 ਮਿਲੀਮੀਟਰ ਜਿਹੜੇ ਹੁੰਦੇ ਲੌਂਗ ਹੁੰਦੇ ਆ, ਲੰਮੇ ਹੁੰਦੇ ਆ, ਐਂਡ 8 ਮਿਲੀਮੀਟਰ ਚੌੜੇ ਲੰਬਾਈ ਮਤਲਬ ਚੜਾਈ 'ਚ ਹੁੰਦੇ ਆ, ਵਾਈਡ ਹੁੰਦੇ ਆ, ਠੀਕ ਆ। ਹੁਣ ਦੇਖੀਏ ਆਪਾਂ ਨੂੰ ਪੈਰਾਗ੍ਰਾਫ ਵਿੱਚ ਕੀ ਸਾਰੇ 'ਚ ਮਿਲਿਆ ਹੈਗਾ। ਪਹਿਲਾਂ ਆਪਾਂ ਨੂੰ ਉਹਨਾਂ ਨੇ ਦੱਸਤਾ ਕਿ ਹਾਈਟ ਇਹਨਾਂ ਦੀ ਇੰਨੀ ਹੁੰਦੀ ਆ, ਅਤੇ ਫਿਰ ਉਹਨੇ ਦੱਸਤਾ ਫਲਾਵਰ ਇੱਦਾਂ ਦੇ ਹੁੰਦੇ ਆ, ਅਤੇ ਫਿਰ ਉਹਨਾਂ ਨੇ ਦੱਸਿਆ ਆਪਾਂ ਨੂੰ ਕਿ ਉਹਨਾਂ ਵਿੱਚ ਫਲਾਵਰ 'ਚ ਸੈਂਟ ਵੀ ਹੁੰਦਾ, ਕਲਰ ਵੀ ਦੱਸਿਆ ਉਹਨਾਂ ਦਾ। ਫਿਰ ਉਹਨੇ ਆਪਾਂ ਨੂੰ ਫਰੂਟ ਬਾਰੇ ਵੀ ਦੱਸਿਆ, ਫਰੂਟ ਕਿੱਦਾਂ ਦਾ ਹੁੰਦਾ। ਫਰੂਟ ਦੀ ਅੰਦਰਲੀ ਸਾਈਡ ਵੀ ਆਪਾਂ ਨੂੰ ਸਾਰੀ ਸਮਝਾਈ ਕਿ ਕਿਹੜੇ ਕਿਹੜੇ ਪਾਰਟ ਨੂੰ ਕੀ ਕੀ ਕਿਹਾ ਜਾਂਦਾ ਅਤੇ ਕਿਹੜੇ ਕਿਹੜੇ ਕਲਰ ਦਾ ਹੁੰਦਾ ਅਤੇ ਕੀ ਉਹਨਾਂ ਦਾ ਨਾਮ ਆ, ਠੀਕ ਆ। ਹੁਣ ਆਪਾਂ ਦੇਖੀਏ ਪੈਰਾਗ੍ਰਾਫ ਈ 'ਚ ਆਪਾਂ ਨੂੰ ਕੀ ਮਿਲਦਾ ਵਾ। ਇੱਕ ਮਿੰਟ, ਆਪਣਾ ਇਹ ਪੈਰਾਗ੍ਰਾਫ, ਹਾਂਜੀ ਈ ਆਪਣਾ ਡੀ ਹੋ ਗਿਆ ਸੀ ਨਾ, ਆਪਣਾ ਇਹ ਪੈਰਾਗ੍ਰਾਫ ਈ ਆਪਾਂ ਦੇਖਣਾ, ਇੱਥੇ ਰਿਮੂਵ ਹੋ ਗਿਆ ਨਾ। ਹੁਣ ਆਪਾਂ ਦੇਖਦੇ ਹਾਂ ਪੈਰਾਗ੍ਰਾਫ ਈ ਦਾ ਆਪਣਾ ਕੀ ਨਾਲ ਮੈਚ ਕਰਦਾ। growing coffee no, first option नहीं। problem with manufacture no, processing the bean no, first contact Arabian coffee varieties modern coffee, consuming coffee अपना होया, ठीक है। ਕਲਾਈਮੇਟਸ ਫॉर ਕਾਫੀ ਦੀ ਕਲਾਈਮੇਟਸ ਦੀ ਕੋਈ ਗੱਲ ਨਹੀਂ ਕੀਤੀ, ਆਪਣਾ ਕਲਾਈਮੇਟਸ ਬਾਰੇ ਨਹੀਂ ਦੱਸਿਆ ਹੈਗਾ। ਹੁਣ ਕਾਫੀ ਪਲਾਂਟ ਦੇਖੋ, ਹੁਣ ਕਾਫੀ ਪਲਾਂਟ ਆਪਣਾ ਮਿਲ ਗਿਆ। ਕਾਫੀ ਪਲਾਂਟ ਆਪਣਾ ਇੱਦਾਂ ਮਿਲ ਗਿਆ ਕਿ ਆਪਾਂ ਨੂੰ ਉਹਨਾਂ ਨੇ ਪਹਿਲਾਂ ਦੱਸਿਆ ਉਹਦੀ ਲੰਬਾਈ, ਫਿਰ ਉਹਦਾ ਫਲਾਵਰਸ ਕਲਰ ਦੱਸਿਆ, ਫਿਰ ਫਰੂਟ ਕਲਰ ਦੱਸਿਆ, ਫਿਰ ਉਹਨਾਂ ਦਾ ਨਾਮ ਦੱਸੇ, ਫਿਰ ਅੰਦਰੂਨੀ ਸਾਰਾ ਕੁਛ ਆਪਾਂ ਨੂੰ ਪਲਾਂਟਸ ਬਾਰੇ ਦੱਸਿਆ। ਸਾਰਾ ਪੈਰਾਗ੍ਰਾਫ ਪਲਾਂਟਸ ਬਾਰੇ ਐਕਸਪਲੇਨ ਕੀਤਾ, ਹੋਰ ਕੋਈ ਗੱਲ ਨਹੀਂ ਕੀਤੀ ਇਹਦੇ ਵਿੱਚ। ਸੋ ਆਪਣਾ ਹੈਗਾ ਨਾ 31 ਦਾ ਆਨਸਰ ਆ ਜਾਊਗਾ ਆਪਣਾ 11, ਠੀਕ ਆ। 31 ਦਾ 11 ਸੀਗਾ ਆਪਣੇ ਕੋਲੇ, ਅਤੇ ਆਪਣੇ ਕੋਲੇ 30 ਦਾ ਸੀਗਾ 6 ਸੀ, ਹਾਂਜੀ ਕਾਫੀ ਵਰਾਇਟੀ 6 ਸੀ ਆਪਣੇ ਕੋਲੇ, ਕਾਫੀ ਵਰਾਇਟੀ 6 ਅਤੇ ਦਾ ਕਾਫੀ ਪਲਾਨਟ ਆਪਣੇ ਕੋਲੇ ਦੇਖੋ 4 ਹੋ ਗਿਆ। ਹੁਣ ਆਪਣੇ ਕੋਲੇ ਓਨਲੀ 2 ਬਚੇ ਆ। ਪੈਰਾਗ੍ਰਾਫ ਐਫ ਦੇਖਦੇ ਹਾਂ ਆਪਾਂ ਹੁਣ, ਦੇਖੋ coffee plants need special condition to give a satisfactory crop। ਇੱਕ ਫਸਲ ਦੇਣ ਲਈ ਨਾ ਉਹਨਾਂ ਨੂੰ ਇੱਕ ਸਪੈਸ਼ਲ ਕੰਡੀਸ਼ਨ ਦੀ ਲੋੜ ਹੁੰਦੀ ਹੈ। ਦਾ ਕਲਾਈਮੇਟਸ ਨੀਡਸ ਟੂ ਬੀ ਹੌਟ ਵੈਟ ਔਰ ਹੌਟ ਟੈਂਪਰੇਟ ਦੀ ਦੱਸਦੀ ਬਿਟਵੀਨ ਦਾ ਟ੍ਰੋਪਿਕ ਆਫ ਕੈਂਸਰ ਐਂਡ ਦਾ ਟ੍ਰੋਪਿਕ ਆਫ ਕੈਪਰੀਕੌਰਨ ਵਿਦ ਦਾ ਫਰੀਕੁਐਂਟ ਰੇਨਸ ਐਂਡ ਟੈਂਪਰੇਚਰ ਵੈਰਿੰਗ ਫਰੋਮ 15 to 25 ਡਿਗਰੀ ਸੈਲਸੀਅਸ। ਉਹਨੇ ਟੈਂਪਰੇਚਰ ਦੀ ਗੱਲ ਦੱਸੀ। ਨੈਕਸਟ ਉਹਨੇ ਪਤਾ ਆਪਣੇ ਕੋਲ ਨੈਕਸਟ ਲਾਈਨ 'ਚ ਦਾ ਆਪਾਂ ਨੂੰ ਉਹਨੇ ਮਿੱਟੀ ਦੀ ਗੱਲ ਦੱਸੀ ਹੈ। ਦਾ ਸੋਇਲ ਸ਼ੁੱਡ ਬੀ ਡੀਪ ਹਾਰਡ ਪਰਮੇਬਲ ਵੈਲ ਇਰੀਗੇਟਡ ਵਿਦ ਵੈਲ ਡਰੇਨਡ ਸਬਸੋਲ, ਠੀਕ ਆ। ਦਾ ਬੈਸਟ ਲੈਂਡ, ਹੁਣ ਉਹਨੇ ਲੈਂਡ ਮਤਲਬ ਉਹਨਾਂ ਨੇ ਕਿਹਾ ਲੈਂਡ ਪਤਾ ਬੈਸਟ ਕਿਹੜੀ ਇਹਦੇ ਲਈ, ਹਿਲੀ ਵਨਸ ਜਿਹੜੀ ਉਹਦੀ ਪਹਾੜੀ ਇਲਾਕੇ ਦੀ ਹੁੰਦੀ ਆ। ਦ ਪਰਫੈਕਟ ਅਲਟੀਟਿਊਡ ਬਿਟਵੀਨ 600 ਐਂਡ 1200 ਮੀਟਰਸ, 600 ਤੋਂ 12 ਮੀਟਰ ਤੋਂ ਸਮ ਵਰਾਇਟੀਜ਼ ਥਾਈਵ ਐਟ, ਪਰ ਜਿਹੜੀਆਂ ਸਮ ਵਰਾਇਟੀਜ਼ ਉਹ ਪਹੁੰਚ ਜਾਂਦੀਆਂ 2000 ਤੋਂ 2200 ਤੱਕ ਵੀ ਹੈ ਨਾ ਮੀਟਰਸ। ਕਲਟੀਵੇਸ਼ਨ ਏਮਡ ਐਟ ਪ੍ਰੋਟੈਕਟਿੰਗ ਦਾ ਪਲਾਂਟਸ ਐਟ ਐਵਰੀ ਸਟੇਜ ਆਫ, ਜਿਹੜਾ ਕਲਟੀਵੇਸ਼ਨ ਦਾ ਉਹ ਕਹਿੰਦੇ ਏਮ ਆ ਨਾ, ਉਹ ਪ੍ਰੋਟੈਕਟ ਪਲਾਂਟ ਨੂੰ ਹਰੇਕ ਜਾਣੀ ਕਿ ਸਟੇਜ ਉੱਤੇ ਪ੍ਰੋਟੈਕਟ ਕਰਨਾ ਹੈਗਾ, ਇਹ ਜ਼ਰੂਰੀ ਆ। ਸੋਇੰਗ ਸ਼ੁੱਡ ਬੀ ਇਨ ਦਾ ਸ਼ੈਲਟਰਡ ਨਰਸਰੀਜ਼ ਫਰੋਮ ਵਿਚ ਆ, ਉਹ ਕਹਿੰਦੇ ਜਿਹੜੇ ਇਹ ਵੀ ਹੈ ਨਾ ਨੀਡ ਆ ਸ਼ੋਇੰਗ ਮਤਲਬ ਕਿ ਜਿਹੜੇ ਬੀਜਣਾ ਨਾ ਉਹਨਾਂ ਨੂੰ ਬੀਆਂ ਨੂੰ ਸੋਇੰਗ ਸ਼ੈਲਟਰ ਮਤਲਬ ਕਿ ਨਰਸਰੀ ਦੇ ਵਿੱਚ ਉਗਾਉਣਾ, ਜਿੱਥੇ ਉਹ 6 ਮੰਥ ਦੇ ਹੋ ਜਾਂਦੇ ਆ। ਜਦੋਂ 6 ਮਹੀਨੇ ਬਾਅਦ ਉੱਥੇ ਜਾਣੀ ਕਿ ਇੱਕ ਹਿਸਾਬ ਨਾਲ ਆਪਾਂ ਕਹਿੰਦੇ ਕਿ ਪਹਿਲਾਂ ਨਰਸਰੀ ਦੇ ਵਿੱਚ ਉਗਾਇਆ ਜਾਂਦਾ ਉਹਨੂੰ 6 ਮੰਥ ਲਈ, ਦੈਨ ਉਹਨੂੰ ਪਲਾਂਟੇਸ਼ਨ ਫਿਰ ਉਹਨਾਂ ਨੂੰ ਮੂਵ ਕੀਤਾ ਜਾਂਦਾ ਐਜ਼ ਅ ਪਲਾਂਟ ਬੀਜਿਆ ਜਾਂਦਾ, ਠੀਕ ਆ। ਐਟ ਦਾ ਰੇਨੀ ਸੀਜ਼ਨ ਵਿੱਚ, ਠੀਕ ਆ। ਵੇਅਰ ਆਰ ਯੂਜ਼ਲੀ ਅਲਟਰਨੇਟਿਵ ਵਿਦ ਦ ਅਦਰ ਪਲਾਂਟਸ ਟੂ ਸ਼ੀਲਡ ਦੈਮ ਫਰੋਮ ਵਾਈਨ ਟੂ ਐਕਸੈਸਿਵ ਸਨਲਾਈਟ ਦੇ ਵਿੱਚ ਐਂਡ ਵਾਈਨ ਦੇ ਵਿੱਚ ਉਹ ਫਿਰ ਹੈ ਨਾ ਦੂਸਰੇ ਪਲਾਂਟਸ ਦੇ ਨਾਲ ਰਹਿੰਦੇ ਆ।
ਓਨਲੀ ਵੈਨ ਦਾ ਪਲਾਂਟ ਇਜ਼ 5 ਈਅਰ, ਜਦੋਂ 5 ਸਾਲ ਦਾ ਹੋ ਜਾਂਦਾ ਪਲਾਂਟ ਜਿਹੜਾ, ਓਲਡ ਕੈਨ ਜਦੋਂ 5 ਈਅਰ ਓਲਡ ਕੈਨ ਇਟ ਬੀ ਕਾਊਂਟਡ ਅਪੋਨ ਟੂ ਗਿਵ ਅ ਰੈਗੂਲਰ ਯੀਲਡ। ਉਹ ਕਹਿੰਦੇ ਫਿਰ ਇਹ ਮਤਲਬ ਜਦੋਂ 5 ਸਾਲ ਦਾ ਹੋ ਜਾਂਦਾ ਉਦੋਂ ਮਤਲਬ ਪੂਰਾ ਇੱਕ ਪਲਾਂਟ ਕੰਪਲੀਟ ਹੁੰਦਾ ਯੀਲਡ ਲਈ, ਠੀਕ ਆ। ਦਿਸ ਇਜ਼ ਬਿਟਵੀਨ 400 ਗ੍ਰਾਮਸ ਐਂਡ 2 ਕਿਲੋਜ਼ ਆਫ ਅਰੇਬਿਕਾ, ਜਿਹੜੀ ਫਸਟ ਆਪਣੀ ਸੀਗੀ ਵਰਾਇਟੀ, ਠੀਕ ਆ। ਉਹ ਕਹਿੰਦੇ ਜਿਹੜੀ 400 ਗ੍ਰਾਮਸ ਐਂਡ 2 ਕਿਲੋਜ਼ ਉਹ ਅਰੇਬਿਕਾ 'ਤੇ ਮਿਲਦਾ ਸੀ ਈਚ ਪਲਾਂਟ ਦੇ, ਠੀਕ ਹੈ। ਈਚ ਪਲਾਂਟ ਦੀ ਗੱਲ ਦੱਸੀ ਉਹਨਾਂ ਨੇ ਕਿੰਨਾ ਮਿਲਦਾ, ਕੁਆਂਟਿਟੀ ਦੱਸੀ ਬੀਨਸ ਦੀ, ਠੀਕ ਆ। ਐਂਡ 600 ਗ੍ਰਾਮਸ ਐਂਡ 2 ਕਿਲੋਜ਼ ਫॉर ਰੋਬਸਟਾ ਬੀਨਸ, ਠੀਕ ਆ। ਹੁਣ ਦੂਸਰੀ ਕਿਸਮ ਦਾ ਉਹ ਕਹਿੰਦੇ ਵੀ 600 ਵੀ ਉਹ 'ਚੋਂ ਜ਼ਿਆਦਾ ਮਿਲਦੀ ਹੈ, ਠੀਕ ਆ। ਹੁਣ ਆਪਾਂ ਦੇਖੀਏ ਆਪਣੇ ਕੋਲੇ ਕੀ ਆਪਾਂ ਨੂੰ ਦੱਸਿਆ ਇਹਨਾਂ ਨੇ ਪੈਰਾਗ੍ਰਾਫ ਦੇ ਵਿੱਚ। ਦੇਖੋ ਕੰਡੀਸ਼ਨਸ ਅਸੀਂ ਆਪਾਂ ਨੂੰ ਕੌਫੀ ਲਈ ਟੈਂਪਰੇਚਰ ਕਿੱਦਾਂ ਦਾ ਹੋਣਾ ਚਾਹੀਦਾ, ਮਿੱਟੀ ਕਿੱਦਾਂ ਦੀ ਹੋਣੀ ਚਾਹੀਦੀ, ਅਤੇ ਫਿਰ ਉਹਨਾਂ ਨੇ ਆਪਣੇ ਇੰਸਟਰਕਸ਼ਨ ਵੀ ਦਿੱਤੀਆਂ ਹੈਗੀਆਂ ਕਿ ਵੀ ਕਲਟੀਵੇਸ਼ਨ ਵੀ ਜ਼ਰੂਰੀ ਆ, ਫਿਰ 6 ਮੰਥ ਲਈ ਇਹਨਾਂ ਨੂੰ ਐਜ਼ ਅ ਪਲਾਂਟ ਬੀਜਣਾ ਵੀ ਜ਼ਰੂਰੀ ਆ, ਹੈ ਨਾ। ਅਤੇ ਫਿਰ ਉਹ ਜਦੋਂ ਮਤਲਬ 5 ਸਾਲ ਦਾ ਹੋ ਜਾਂਦਾ ਫਿਰ ਉਦੋਂ ਉਹ ਰੈਡੀ ਹੁੰਦਾ, ਠੀਕ ਆ, ਹੈ ਨਾ, ਯੀਲਡ ਲਈ। ਫਿਰ ਉਹ 'ਤੇ ਕਿੰਨੀ ਕੁਆਂਟਿਟੀ ਬੀਨਸ ਹੁੰਦੀ ਆਪਾਂ ਨੂੰ ਇਹ ਵੀ ਦੱਸਿਆ। ਹੁਣ ਆਪਾਂ ਦੇਖਦੇ ਹਾਂ ਮੈਚ ਕਰਦੇ ਓਵਰਆਲ ਆਪਣਾ ਕਿਹੜੀ ਹੈ ਐਫ ਪੈਰਾਗ੍ਰਾਫ, ਠੀਕ ਆ। ਆਪਾਂ ਨੀਚੋਂ ਸਟਾਰਟ ਕਰਦੇ ਹਾਂ। ਆਪਣੇ ਕੋਲੇ 32 ਦਾ ਸੀ ਨਾ, ਆਪਾਂ ਦੇ ਨੀਚੋਂ ਸਟਾਰਟ ਕਰਦੇ ਹਾਂ। ਦ ਕੌਫੀ ਪਲਾਂਟ ਆਪਣਾ ਇਹ ਕੱਟਿਆ ਗਿਆ। ਦ ਕਲਾਈਮੇਟਸ ਫॉर ਕੌਫੀ, ਦੇਖੋ ਕਲਾਈਮੇਟਸ ਫॉर ਕੌਫੀ ਮਤਲਬ ਬੱਚਿਆਂ ਦੇ ਇੱਕੋਦਮ ਆਪਾਂ ਨੂੰ ਹੋਇਆ, ਜ਼ਰੂਰ ਤੁਹਾਨੂੰ ਵੀ ਹੋਇਆ ਹੋਊਗਾ, ਹੈ ਨਾ, ਵੀ ਕਲਾਈਮੇਟਸ ਫॉर ਕੌਫੀ ਆਪਣੇ ਕਲਾਈਮੇਟਸ ਦੱਸੇ। ਪਰ ਦੇਖੋ ਜਦੋਂ ਇਹ ਆਪਣੀ ਗਲਤੀ ਪਤਾ ਉੱਥੇ ਹੋਣੀ ਹੈ ਜਦੋਂ ਆਪਾਂ ਇਹ ਮੈਥਡ ਯੂਜ਼ ਕਰਾਂਗੇ ਵੀ 2 ਲਾਈਨਸ ਉੱਪਰੋਂ ਪੜ੍ਹਨੀਆਂ ਜਾਂ 2 ਨੀਚੋਂ ਪੜ੍ਹਨੀਆਂ। ਦੇਖੋ ਹੁਣ 2 ਲਾਈਨਾਂ 'ਚ ਆਪਾਂ ਨੂੰ ਉਹਨਾਂ ਨੇ ਕਲਾਈਮੇਟਸ ਦੱਸੇ ਹੋਏ ਆ, ਨੋ ਡਾਊਟ ਆਪਾਂ ਨੂੰ ਕਲਾਈਮੇਟਸ ਦੇ ਆਪਾਂ ਜੇ 2 ਲਾਈਨਾਂ ਪੜ੍ਹਾਂਗੇ ਤਾਂ ਆਪਾਂ ਫਿਰ ਪੱਕਾ ਇਹੀ ਆਂਸਰ ਲਾਵਾਂਗੇ ਨਾ, ਕਲਾਈਮੇਟਸ ਫॉर ਕੌਫੀ, ਕਿਉਂਕਿ ਆਪਾਂ ਤਾਂ ਦੇਖ ਲਿਆ ਵੀ 2 ਲਾਈਨ 'ਚ ਆਪਾਂ ਨੂੰ ਨਹੀਂ ਪਤਾ ਵੀ ਨੀਚੇ ਪੈਰਾਗ੍ਰਾਫ 'ਚ ਕਿਹੜੀ ਗੱਲ ਹੋਈ ਹੈ। ਪਰ ਹੁਣ ਆਪਾਂ ਸਾਰਾ ਪੜ੍ਹਿਆ, ਫਿਰ ਆਪਾਂ ਹੁਣ ਇਹ ਗਲਤੀ ਨਹੀਂ ਕਰਾਂਗੇ, ਕਿਉਂਕਿ ਆਪਾਂ ਨੂੰ ਇਕੱਲਾ ਉਹਨੇ ਕਲਾਈਮੇਟਸ ਦਾ ਨਹੀਂ ਦੱਸਿਆ, ਬਾਅਦ 'ਚ ਉਹਨਾਂ ਨੇ ਇੱਕ ਸੋਇਲ ਦੀ ਵੀ ਦੱਸੀ ਹੈ ਕਿ ਕੰਡੀਸ਼ਨ ਕਿੱਦਾਂ ਦੀ ਹੋਣੀ ਚਾਹੀਦੀ ਆ, ਕੰਡੀਸ਼ਨਾਂ ਦੱਸੀਆਂ। ਫਿਰ ਉਹਨਾਂ ਨੇ ਇਹ ਵੀ ਦੱਸਿਆ ਨਾ ਵੀ ਆਪਾਂ ਇਹ ਜਿਹੜੀਆਂ ਲਾਸਟ ਵਾਲੀਆਂ ਲਾਈਨਾਂ ਸੀਗੀਆਂ, ਉਹਨਾਂ ਨੇ ਲਾਸਟ ਵਾਲੀਆਂ ਲਾਈਨਾਂ 'ਚ ਆਪਣੇ ਇਹ ਦੱਸਿਆ ਕਿ ਜਦੋਂ 5 ਈਅਰ ਦਾ ਹੋ ਜਾਂਦਾ ਪਲਾਂਟ ਫਿਰ ਉਹ ਇੱਕ ਮਤਲਬ ਕਿ ਯੀਲਡ ਲਈ ਰੈਡੀ ਹੋ ਜਾਂਦਾ, ਅਤੇ ਉਹਦੇ ਲਈ ਕਿੰਨੀ ਕੁਆਂਟਿਟੀ ਈਚ ਪਲਾਂਟ 'ਤੇ ਹੁੰਦੀ ਆ, ਇਹ ਵੀ ਆਪਾਂ ਨੂੰ ਦੱਸਿਆ ਨਾ। ਫਿਰ ਇੱਕ ਕੌਫੀ, ਫਿਰ ਉਹਨੇ ਇਹ ਵੀ ਦੱਸਿਆ ਸੀਗਾ ਵੀ ਆਪਣੇ ਪੈਰਾਗ੍ਰਾਫ ਵਿੱਚ ਜਿਹੜੀ ਕਲਟੀਵੇਸ਼ਨ ਉਹ ਜ਼ਰੂਰੀ ਆ ਹਰੇਕ ਉਹਦੇ ਮਤਲਬ ਪੜਾਅ ਲਈ, ਜਿਹੜਾ ਗਰੋਥ ਦੀ ਹਰੇਕ ਸਟੇਜ ਆ ਉਹਦੇ ਲਈ ਜ਼ਰੂਰੀ ਆ ਕਲਟੀਵੇਸ਼ਨ। ਫਿਰ ਆਪਣੇ ਕਲਾਈਮੇਟਸ ਕੌਫੀ ਤਾਂ ਨਹੀਂ ਆਏਗਾ, ਇਹ ਤਾਂ ਮਤਲਬ ਨਹੀਂ ਆਪਣਾ ਰੋਂਗ ਆ, ਠੀਕ ਆ। ਹੁਣ ਇਹ ਤਾਂ ਆਪਣੇ ਹੋਈ ਆ ਮਾਡਰਨ ਕੌਫੀ, ਨੋ। ਅਰੇਬੀਅਨ ਕੌਫੀ, ਨੋ। ਫਸਟ ਕੰਟੈਕਟ ਪ੍ਰੋਸੈਸਿੰਗ ਦਾ ਬੀਨ, ਹੁਣ ਇਹਨਾਂ 'ਚ ਤਾਂ ਬੱਚੇ ਕਨਫਿਊਜ਼ ਨਹੀਂ ਹੁੰਦੇ, ਕਲਾਈਮੇਟਸ ਫॉर ਕੌਫੀ ਵਿੱਚ ਹੀ ਹੋਣਾ ਸੀ। ਪ੍ਰੋਬਲਮ ਵਿਦ ਮੈਨੂਫੈਕਚਰ, ਉਹ ਮੈਂ ਤੁਹਾਨੂੰ ਰੀਜ਼ਨ ਦੱਸਤਾ ਕਿ ਕਲਾਈਮੇਟਸ ਫॉर ਕੌਫੀ ਆਂਸਰ ਕਿਉਂ ਨਹੀਂ ਆਉਣਾ ਹੈਗਾ, ਠੀਕ ਆ। ਦ ਗਰੋਇੰਗ ਕੌਫੀ, ਜਦੋਂ ਹੁਣ ਆਪਾਂ ਗਰੋਇੰਗ ਕੌਫੀ ਦੇਖਦੇ ਹਾਂ, ਹੁਣ ਗਰੋਇੰਗ ਕੌਫੀ ਆਪਾਂ ਨੂੰ ਦੱਸਿਆ ਨਾ ਕੌਫੀ ਦੀ ਮਤਲਬ ਕਿ ਸਾਰੀ ਗਰੋਥ ਬਾਰੇ ਦੱਸਿਆ ਕਿ ਕਿੱਦਾਂ ਦੀ ਮਤਲਬ ਕਿ ਉਗਾਉਣ ਤੋਂ ਲੈ ਕੇ ਉਹਨੂੰ ਮਤਲਬ ਕਿ ਯੀਲਡ ਤੱਕ ਸਾਰੀ ਆਪਣੀ ਗੱਲ ਦੱਸੀ ਹੋਈ ਆ ਆਪਾਂ ਨੂੰ। ਫਿਰ ਇਹਦਾ ਮਤਲਬ ਕਿ ਗਰੋਇੰਗ ਕੌਫੀ ਦੱਸਿਆ ਆਪਾਂ ਨੂੰ, ਨਾ ਕਿ ਆਪਾਂ ਨੂੰ ਨੋ ਡਾਊਟ ਆਪਾਂ ਨੂੰ ਕਲਾਈਮੇਟਸ ਬਾਰੇ ਵੀ ਦੱਸਿਆ, ਕੌਫੀ ਲਈ ਜਿਹੜੇ ਕਲਾਈਮੇਟਸ ਉਹ ਕਹਿੰਦੇ ਜ਼ਰੂਰੀ ਆ, ਉਹਨਾਂ ਨੇ ਦੱਸਿਆ ਕਲਾਈਮੇਟਸ ਫॉर ਕੌਫੀ, ਬਟ ਨਹੀਂ ਉਹਨਾਂ ਨੇ ਆਪਾਂ ਨੂੰ ਸਾਰਾ ਓਵਰਆਲ ਕੱਢਣਾ, ਆਪਾਂ 2 ਲਾਈਨਾਂ ਦਾ ਓਵਰਆਲ ਨਹੀਂ ਕੱਢਣਾ, ਆਪਾਂ ਪੈਰਾਗ੍ਰਾਫ ਦਾ ਓਵਰਆਲ ਕੱਢਣਾ। ਸੋ ਆਪਣਾ ਆਂਸਰ ਇਜ਼ ਗਰੋਇੰਗ ਕੌਫੀ, ਠੀਕ ਆ। ਹੁਣ ਆਪਾਂ ਦੇਖ ਲੈਂਦੇ ਹਾਂ। ਫਿਰ ਐਫ ਦਾ ਆਪਣਾ ਆ ਗਿਆ ਫਸਟ। ਇੱਥੇ ਬੱਚੇ ਜੇ ਤੁਸੀਂ ਸਾਰਾ ਪੈਰਾਗ੍ਰਾਫ ਪੜ੍ਹਿਆ ਹੋਊਗਾ ਤਾਂ ਤੁਹਾਡੀ ਇਹ ਗਲਤੀ ਬਿਲਕੁਲ ਨਹੀਂ ਹੋਊਗੀ, ਤੁਸੀਂ ਕਲਾਈਮੇਟਸ ਫॉर ਕੌਫੀ ਬਿਲਕੁਲ ਨਹੀਂ ਲਾਓਗੇ, ਠੀਕ ਆ। ਹੁਣ ਆਪਣੇ ਕੋਲ ਲਾਸਟ ਪੈਰਾ ਰਹਿ ਗਿਆ ਪੈਰਾਗ੍ਰਾਫ ਜੀ, ਹੁਣ ਆਪਾਂ ਇਹਨੂੰ ਦੇਖਦੇ ਹਾਂ। ਦੇਖੋ ਹਾਰਵੈਸਟਿੰਗ time depends on the geographic situation and it can vary greatly therefore according to the various producing countries। ਹੁਣ ਉਹ ਕਹਿੰਦੇ ਜਿਹੜਾ ਹਾਰਵੈਸਟ ਦਾ ਟਾਈਮ ਆ ਨਾ ਉਹ ਇੱਕ ਤਾਂ ਜੀਓਗ੍ਰਾਫੀ ਸਿਚੁਏਸ਼ਨ 'ਤੇ ਡਿਪੈਂਡ ਕਰਦਾ, ਅਤੇ ਕੰਟਰੀਜ਼ ਦੀ ਜਿਹੜੀ ਮਤਲਬ ਪ੍ਰੋਡਿਊਸ ਕਰਦੇ ਉਹ 'ਤੇ ਵੀ ਹੈ ਨਾ ਡਿਪੈਂਡ ਕਰਦਾ ਹੈਗਾ ਕਿਹੜੀ ਕੰਟਰੀ 'ਚ ਉੱਗ ਰਹੀ ਉਹ। ਫਸਟ ਦ ਰਾਈਪ ਬੀਨਸ ਆਰ ਪਿਕਡ, ਪਹਿਲਾਂ ਉਹ ਕਹਿੰਦੇ ਮਤਲਬ ਪਿਕ ਕੀਤੇ ਜਾਂਦੇ ਹੈਗੇ, ਜਿਹੜੇ ਜਦੋਂ ਪੱਕ ਜਾਂਦੇ ਆ ਨਾ ਬੀਨਸ ਉਹਨਾਂ ਨੂੰ ਪਿਕ ਕੀਤਾ ਜਾਂਦਾ ਪਲਾਂਟ ਤੋਂ, ਬ੍ਰਾਂਚਿਸ ਤੋਂ, ਟਾਹਣੀਆਂ ਤੋਂ। ਪਿਕਰਸ ਕੈਨ selectively pick approximately 250 to 300 ਪਾਊਂਡਸ ਆਫ ਕੌਫੀ ਚੈਰੀ ਅ ਡੇ। ਉਹ ਕਹਿੰਦੇ ਵੀ ਜਿਹੜੇ ਮਤਲਬ ਉਹ ਅਪਰੋਕਸੀਮੇਟਲੀ ਜਿਹੜੇ ਹੈ ਨਾ ਇੰਨੇ ਕਰ ਲੈਂਦੇ ਆ ਇੱਕ ਕੌਫੀ ਦੇ ਪਲਾਂਟ ਤੋਂ। ਐਟ ਦਾ ਐਂਡ 250 ਤੋਂ 300 ਐਟ ਦਾ ਐਂਡ ਆਫ ਦਾ ਡੇ ਦਾ ਪਿਕਰਸ ਬ੍ਰਿੰਗ ਦੇਅਰ ਹੈਵਿੰਗ
burlap bags to pulpil mills where the cherry coffee can be pulped or wet milled। ਉਹ ਫਿਰ ਹੁਣ ਮਿਲ ਦੀ ਗੱਲ ਆ ਗਈ। ਉਹ ਕਹਿੰਦੇ ਕਿ ਵੀ ਬਾਅਦ ਵਿੱਚ ਉਹਨਾਂ ਨੂੰ ਐਂਡ 'ਤੇ ਜਦੋਂ ਸ਼ਾਮ ਮਤਲਬ ਉਹਨਾਂ ਦਾ ਕੰਮ ਕੰਪਲੀਟ ਹੋ ਜਾਂਦਾ ਇੰਨੇ ਉਹ ਲੈ ਲੈਂਦੇ ਆ ਬੀਨਸ, ਫਿਰ ਉਹਨਾਂ ਨੂੰ ਮਿਲ ਦੇ ਵਿੱਚ ਉਹ ਕਹਿੰਦੇ ਵੀ ਰੱਖ ਮਤਲਬ ਜਿਹੜੇ ਪਲਪਸ ਹੁੰਦੇ ਉਹਨਾਂ ਨੂੰ ਰੱਖ ਦਿੱਤਾ ਜਾਂਦਾ ਮਤਲਬ ਗਿੱਲੇ ਹੋਣ ਲਈ। the pulp beaner then rest cover a pure rain water to ferment overnight। ਫਿਰ ਉਹ ਕਹਿੰਦੇ ਜਿਹੜੇ ਪਲਪ ਆ ਨਾ ਉਹਨਾਂ ਨੂੰ ਰੈਸਟ ਛੱਡ ਦਿੱਤਾ, ਪਤਾ ਕਦ ਵਿੱਚ ਜਿਹੜਾ ਰੇਨ ਵਾਟਰ ਹੁੰਦਾ ਵਰਸ਼ਾ ਦਾ ਪਾਣੀ ਹੁੰਦਾ ਨਾ ਜਿਹੜਾ, ਉਹਨੂੰ ਕਿਤੇ ਰੱਖ ਦਿੱਤੇ ਜਾਂਦੇ ਇੱਕ ਨਾਈਟ ਲਈ, ਠੀਕ ਆ, ਓਵਰ ਨਾਈਟ ਰੱਖ ਦਿੱਤੇ ਜਾਂਦੇ। ਦਾ ਨੈਕਸਟ ਡੇ ਫਿਰ ਉਹਦਾ ਨੈਕਸਟ ਡੇ ਪ੍ਰੋਸੈਸ ਸਟਾਰਟ ਹੁੰਦਾ। ਦ ਵੈਟ ਬੀਨਸ ਜਿਹੜੇ ਗਿੱਲੇ ਉਹ ਫਿਰ ਜਦੋਂ ਪਾਣੀ 'ਚ ਭੇਜ ਜਾਂਦੇ ਉਹ ਗਿੱਲੇ ਹੋ ਜਾਂਦੇ ਨੇ। ਵੈਟ ਬੀਨਸ ਆਰ ਹੈਂਡ ਡਿਸਟਰੀਬਿਊਟਡ ਅਪੋਨ ਦਾ ਡਰਾਇੰਗ ਫਲੋਰ। ਇੱਕ ਜਿਹੜਾ ਸੁੱਕਾ ਮਤਲਬ ਫਲੋਰ ਹੁੰਦਾ ਉਹਦੇ ਉੱਤੇ ਫਰਸ਼ 'ਤੇ ਹੈ ਨਾ ਉਹਨੂੰ ਮਤਲਬ ਕਿ ਕਰ ਦਿੰਦੇ ਹੈਗੇ ਆ, ਖਿਲਾਰ ਦਿੰਦੇ ਹੈਗੇ ਆ ਕਿ ਸਨ ਦੇ ਵਿੱਚ ਉਹ ਸੁੱਕ ਜਾਣ, ਗਿੱਲੇ ਹੁੰਦੇ ਨੇ ਉਹਨੂੰ ਸੂਰਜ ਦੀ ਰੋਸ਼ਨੀ ਵਿੱਚ ਸੁਕਾਇਆ ਜਾਂਦਾ ਹੈ। ਨੈਕਸਟ ਪ੍ਰੋਸੈਸ ਆਪਣੇ ਕੋਲ ਹੈਗਾ ਦਿਸ ਡਰਾਇੰਗ ਪ੍ਰੋਸੈਸ ਟੇਕਸ ਫਰੋਮ 1 to 2 weeks ਡਿਪੈਂਡਿੰਗ ਔਨ ਦਾ ਅਮਾਊਂਟ ਆਫ ਸਨੀ ਡੇਜ਼ ਅਵੇਲੇਬਲ। ਉਹ ਕਹਿੰਦੇ ਵੀ ਇਹ ਜਿਹੜਾ ਪ੍ਰੋਸੈਸ ਹੈ ਨਾ, ਨੈਕਸਟ ਪ੍ਰੋਸੈਸ ਹੈ ਨਾ, ਇਹ ਜਿਹੜਾ ਮਤਲਬ ਕਿ ਸਨਲਾਈਟ ਵਿੱਚ ਸੁਕਾਉਣ ਵਾਲਾ ਹੈਗਾ, ਇਹ ਡਿਪੈਂਡ ਕਰਦਾ ਹੈਗਾ ਗਾ ਵੀ ਇਹ ਜਾਂ ਤਾਂ 1 ਵੀਕ 'ਚ ਕੰਪਲੀਟ ਹੋ ਜਾਂਦੇ, 2 ਵੀਕ ਵੀ ਲੱਗ ਜਾਂਦੇ ਆ। ਇਹ ਡਿਪੈਂਡ ਕਰਦਾ ਜਿਹੜੀ ਸਨਲਾਈਟ ਆ ਵੀ ਉਹਨੂੰ ਕਿੰਨੀ ਮਿਲਦੀ, ਵੀ ਸੁਕਾਉਣੇ ਆ ਨਾ 1 ਵੀਕ 'ਚ ਸੁੱਕ ਜਾਣ ਚਾਹੇ 2 ਵੀਕ 'ਚ ਸੁੱਕ ਜਾਣ। ਨੈਕਸਟ ਆਪਾਂ ਨੂੰ ਦੱਸਦਾ, ਉਹ ਕਹਿੰਦੇ to make sure that dry evenly the beans need to be ate many time during this drying time। ਉਹ ਕਹਿੰਦੇ ਵੀ ਇਹਨਾਂ ਨੂੰ ਮਤਲਬ ਕਿ ਹਿਲਾਇਆ ਜਾਂਦਾ ਕਿ ਚੰਗੀ ਤਰ੍ਹਾਂ ਸੁੱਕਣਾ ਇਹ ਜ਼ਰੂਰੀ ਆ ਹੈ ਨਾ। 2 weeks later the sun dried beans now called parchment। ਫਿਰ ਉਹਨਾਂ ਨੂੰ ਜਦੋਂ ਸੁੱਕ ਜਾਂਦੇ ਨਾ ਫਿਰ ਉਹਨੂੰ parchment ਕਹਿੰਦੇ are the scooped up bagged and taken to be milled। ਫਿਰ ਉਹਨਾਂ ਨੂੰ ਮਤਲਬ ਕਿ ਪੈਕ ਕੀਤਾ ਜਾਂਦਾ ਹੈ ਅਤੇ ਮਿਲ 'ਚ ਲਿਆ ਜਾਂਦਾ। ਹਿਊਜ ਮਿਲਿੰਗ ਮਸ਼ੀਨਸ ਜਿਹੜੀਆਂ ਹੁਣ ਹਿਊਜ ਮਿਲਿੰਗ ਮਸ਼ੀਨ ਹੁੰਦੀਆਂ ਉਹਨਾਂ ਨੂੰ ਰਿਮੂਵ ਮਤਲਬ ਕਿ ਦੈਨ ਰਿਮੂਵ ਦਾ parchment ਜਿਹੜੀ ਉਤਲੀ ਸ਼ੈੱਲ ਹੁੰਦੀ ਨਾ ਉਹਦੀ ਸਿਲਵਰ ਸਕਿਨ ਵਿੱਚ ਰੇਂਜਰ ਆ ਗ੍ਰੀਨ ਬੀਨਸ ਸੂਟੇਬਲ ਫॉर ਰੋਸਟਿੰਗ। ਉਹਨਾਂ ਨੂੰ ਜਿਹੜੇ ਹੈ ਨਾ ਰਿਮੂਵ ਕਰ ਦਿੰਦੀ ਆ, ਠੀਕ ਆ, ਜਿਹੜੇ ਉੱਪਰਲੀ ਸ਼ੈੱਲ ਹੁੰਦੀ। ਦ ਗ੍ਰੀਨ ਬੀਨਸ ਆਰ ਰੋਸਟਿੰਗ ਅਕੋਰਡਿੰਗ ਟੂ ਦ ਕਸਟਮਰ ਸਪੈਸੀਫਿਕੇਸ਼ਨਸ। ਜਿਹੜੀ ਕਸਟਮਰ ਦੀ ਇੱਛਾ ਹੁੰਦੀ ਹੈ ਨਾ ਉਹਨੂੰ ਉਸ ਹਿਸਾਬ ਨਾਲ ਰੋਸਟ ਕੀਤਾ ਜਾਂਦਾ ਹੈ, ਉਸ ਹਿਸਾਬ ਨਾਲ ਰੋਸਟ ਕੀਤਾ ਜਾਂਦਾ। ਅਤੇ ਐਂਡ ਆਫਟਰ ਕੂਲਿੰਗ ਕਸਟਮਰ ਦੇ ਮਤਲਬ ਕਿ ਹਿਸਾਬ ਨਾਲ ਕੀਤਾ ਜਾਂਦਾ ਰੋਸਟ। ਫਿਰ ਉਹਨਾਂ ਨੂੰ ਮਤਲਬ ਕਿ ਠੰਡਾ ਕੀਤਾ ਜਾਂਦਾ। ਦ ਬੀਨਸ ਆਰ ਪੈਕਡ ਐਂਡ ਮੇਲ ਟੂ ਕਸਟਮਰ। ਫਿਰ ਉਹਨਾਂ ਨੂੰ ਕੀਤਾ ਜਾਂਦਾ, ਠੰਡਾ ਕੀਤਾ ਜਾਂਦਾ ਰੋਸਟ ਕਰਨ ਤੋਂ ਬਾਅਦ ਹੈ ਨਾ, ਅਤੇ ਫਿਰ ਉਹਨਾਂ ਨੂੰ ਪੈਕ ਕੀਤਾ ਜਾਂਦਾ ਅਤੇ ਕਸਟਮਰਾਂ ਨੂੰ ਮੇਲ ਕੀਤਾ ਜਾਂਦਾ। ਹੁਣ ਦੇਖੋ ਇਹ ਸਾਰੇ ਪੈਰਾਗ੍ਰਾਫ ਵਿੱਚ ਆਪਾਂ ਜਿੱਦਾਂ ਹੈ ਨਾ ਮੈਪ ਨਹੀਂ ਕਰਦੇ ਹੈਗੇ ਕਿ ਪ੍ਰੋਸੈਸ ਚਾਰਟ ਦੇ ਵਿੱਚ ਕਰਦੇ ਹਾਂ ਰਾਈਟਿੰਗ ਟਾਸਕ 1 ਵਿੱਚ, ਉਹ 'ਚ ਵੀ ਆਪਾਂ ਪ੍ਰੋਸੈਸ ਦੱਸਦੇ ਨਾ ਵੀ ਫਸਟ ਸਟੈਪ ਇਹ ਹੈ, ਸੈਕਿੰਡ ਸਟੈਪ ਇਹ ਹੈ, ਥਰਡ ਸਟੈਪ ਇਹ ਹੈ। ਤਾਂ ਆਪਾਂ ਨੂੰ ਉਹਨਾਂ ਨੇ ਸਾਰਾ ਪ੍ਰੋਸੈਸ ਸਮਝਾਇਆ ਬੀਨਸ ਵਿੱਚ ਵੀ ਫਸਟ ਸਟੈਪ 'ਚ ਇਹ ਕਰਨਾ, ਸੈਕਿੰਡ 'ਚ ਇਹ ਕਰਨਾ, ਥਰਡ 'ਚ ਇਹ ਕਰਨਾ, ਠੀਕ ਆ, ਫੁੱਲ ਕੌਫੀ ਪੈਕ ਹੋਣ ਤੱਕ, ਠੀਕ ਆ। ਬੀਨਸ ਨੂੰ ਪਲਾਂਟਸ ਤੋਂ ਲੈਣ ਤੋਂ ਲੈ ਕੇ ਆਪਾਂ ਨੂੰ ਪੈਕ ਹੋਣ ਤੱਕ ਅਤੇ ਕਸਟਮਰ ਤੱਕ ਪਹੁੰਚਣ ਤੱਕ ਆਪਾਂ ਨੂੰ ਸਾਰਾ ਇਹਦੇ ਵਿੱਚ ਗੱਲ ਦੱਸੀ ਹੋਈ ਆ। ਹੁਣ ਆਪਾਂ ਦੇਖਦੇ ਆਪਣਾ ਮੈਚ ਕਿੰਨਾ ਕਰਦਾ, ਠੀਕ ਆ। ਆਪਾਂ ਨੀਚੋਂ ਕਰੀਏ, ਸਟਾਰਟ ਕਰਦੇ ਆਪਾਂ ਹੈਗਾ ਨੀਚੋਂ। ਦਾ ਕੌਫੀ ਪਲਾਂਟ ਆਪਣਾ ਹੋਇਆ। ਦਾ ਕਲਾਈਮੇਟਸ ਫॉर ਕੌਫੀ ਨੋ, ਕਲਾਈਮੇਟਸ ਦੀ ਤਾਂ ਗੱਲ ਨਹੀਂ ਕਰੀ, ਕੰਜ਼ਿਊਮਿੰਗ ਕੌਫੀ ਇਹ ਤਾਂ ਹੋਏ, ਠੀਕ ਆ। ਮਾਡਰਨ ਕੌਫੀ ਨੋ, ਅਰੇਬੀਅਨ ਕੌਫੀ ਨੋ, ਆ ਹੋਇਆ ਕੌਫੀ ਵਰਾਇਟੀਜ਼। ਫਸਟ ਕੰਟੈਕਟ ਨੋ। ਪ੍ਰੋਸੈਸਿੰਗ ਦਾ ਬੀਨ, ਦੇਖੋ ਪ੍ਰੋਸੈਸਿੰਗ ਦਾ ਬੀਨ ਦਾ ਪ੍ਰੋਸੈਸ, ਯੈਸ ਆਪਾਂ ਨੂੰ ਪੈਰਾਗ੍ਰਾਫ ਵਿੱਚ ਸਾਰਾ ਪ੍ਰੋਸੈਸ ਹੀ ਤਾਂ ਦੱਸਿਆ ਵਾ ਵੀ ਬੀਨ ਦਾ ਕੀ ਪ੍ਰੋਸੈਸ ਹੈ, ਠੀਕ ਆ। ਬੀਨਸ ਦੀ ਗੱਲ ਕੀਤੀ ਗਈ, ਉਹਨੇ ਪ੍ਰੋਸੈਸ ਸਮਝਾਇਆ ਆਪਾਂ ਨੂੰ ਸਾਰਾ। ਸੋ ਆਪਾਂ 1 ਮਿੰਟ ਇਹਨੂੰ ਹੋਲਡ ਕਰ ਲਈਏ। ਆਪਣੇ ਨੀਚੋਂ ਤਾਂ ਆਪਣਾ ਕੋਈ ਨਹੀਂ ਨਾ ਮਿਲਿਆ ਸੀਗਾ, ਹੁਣ ਆਪਾਂ ਨੈਕਸਟ 2 ਹੀ ਰਹਿ ਗਏ, ਆਪਾਂ ਦੇਖ ਲੈਂਦੇ ਹਾਂ। ਪ੍ਰੋਬਲਮਸ ਵਿਦ ਮੈਨੂਫੈਕਚਰ, ਕੋਈ ਪ੍ਰੋਬਲਮ ਦੀ ਗੱਲ ਨਹੀਂ ਹੋਈ। ਗਰੋਇੰਗ ਕੌਫੀ ਆਪਣਾ ਆਲਰੇਡੀ ਹੋਇਆ ਵਾ, ਠੀਕ ਆ, 1 ਹੀ ਰਹਿ ਗਿਆ ਸੀ, ਸੌਰੀ। ਪ੍ਰੋਸੈਸਿੰਗ ਦਾ ਬੀਨ, ਹੁਣ ਆਪਣੇ ਕੋਲ ਓਨਲੀ ਔਨ ਆਂਸਰ ਬਚਦਾ 3rd, ਠੀਕ ਆ। ਹੁਣ ਆਪਣੇ ਕੋਲ ਆ ਗਿਆ 3rd ਆਂਸਰ, ਦੇਖੋ। ਹੁਣ ਆਪਾਂ 66 ਸੋਲਵ ਕੀਤੇ ਵਿਦਾਊਟ ਐਨੀ, ਆਪਾਂ ਨੂੰ ਇੱਕ ਵਿੱਚ ਕਨਫਿਊਜ਼ਨ ਹੋਈ ਸੀਗੀ ਹੈ ਨਾ, ਉਹ ਆਪਾਂ ਮੈਂ ਚੰਗੀ ਤਰ੍ਹਾਂ ਕਲੀਅਰ ਕਰ ਦਿੱਤਾ ਹੈਗਾ। ਮੈਂ ਨੈਕਸਟ ਟਾਈਮ ਫਿਰ ਦੱਸਦੀ ਪਈ ਹਾਂ ਕਿ ਇਹ ਮੈਥਡ ਰੋਂਗ ਆ ਕਿ 2 ਲਾਈਨਸ ਪੜ੍ਹਨੀਆਂ ਜਾਂ ਨੀਚੋਂ 2 ਲਾਈਨਸ ਪੜ੍ਹਨੀਆਂ, ਇਹ ਬਿਲਕੁਲ ਨਹੀਂ ਸਹੀ ਹੈਗਾ। ਮੈਂ ਦੱਸਿਆ ਵੀ ਹੈ ਵੀ ਕਿਉਂ ਨਹੀਂ ਸਹੀ ਗਾ, ਆਪਾਂ ਕੁਐਸਚਨ ਸਮਝਾਇਆ ਸੀਗਾ ਮੈਂ ਤੁਹਾਨੂੰ, ਉਹਦੇ ਵਿੱਚ ਚੰਗੀ ਤਰ੍ਹਾਂ ਦੱਸਿਆ ਵੀ ਕਿਉਂ ਇਹ ਗਲਤ ਹੁੰਦਾ ਵਾ। ਇਸ ਲਈ ਹੁਣ ਆਪਾਂ ਦੇਖਦੇ ਹਾਂ ਵੀ ਆਪਾਂ ਹਮੇਸ਼ਾ ਇਹੀ ਕੋਸ਼ਿਸ਼ ਕਰਨੀ ਕਿ ਆਪਾਂ ਫੁੱਲ ਪੈਰਾਗ੍ਰਾਫ ਪੜ੍ਹੀਏ, ਚਾਹੇ ਉਹ ਛੋਟਾ ਹੈ ਚਾਹੇ ਵੱਡਾ, ਠੀਕ ਹੈ। ਜੇ ਛੋਟਾ ਫਿਰ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਈਜ਼ੀ ਹੋ ਜਾਂਦਾ, ਆਪਾਂ ਈਜ਼ੀਲੀ ਪੜ੍ਹ ਲੈਂਦੇ ਹਾਂ, ਠੀਕ ਆ।
ਹੁਣ ਆਪਾਂ ਇਸ ਤਰ੍ਹਾਂ ਆਨਸਰ ਫਾਈਂਡ ਕਰਾਂਗੇ। ਇਹ ਬਹੁਤ ਹੀ ਵਧੀਆ ਮੈਥਡ ਹੈ, ਇਹਦੇ ਨਾਲ ਤੁਹਾਡੀ ਐਕੂਰੇਸੀ ਆਊਗੀ। ਤੁਸੀਂ ਹਰੇਕ ਕੁਐਸਚਨ 'ਤੇ ਪਾਊਜ਼ ਕਰਕੇ ਵੀਡੀਓ ਜੇ ਕਮੈਂਟ ਬਾਕਸ ਵਿੱਚ ਆਨਸਰ ਦੋਗੇ ਤਾਂ ਤੁਹਾਡਾ ਇਹਦੇ ਨਾਲ ਕੌਨਫੀਡੈਂਸ ਵੀ ਬੂਸਟ ਹੋਊਗਾ। ਅਤੇ ਅਫਕੋਰਸ ਐਂਡ ਨੈਕਸਟ ਵੀਡੀਓ ਵੀ ਜਦੋਂ ਤੁਸੀਂ ਦੇਖਦੇ ਆ ਤਾਂ ਜ਼ਰੂਰ ਤੁਸੀਂ ਇੱਦਾਂ ਹੀ ਕਰੋ, ਪਾਊਜ਼ ਕਰੋ ਵੀਡੀਓ, ਆਨਸਰ ਦੇਣ ਦੀ ਕੋਸ਼ਿਸ਼ ਕਰੋ। ਅਤੇ ਮੈਂ ਇਸ ਤਰ੍ਹਾਂ ਹੀ ਤੁਹਾਡੇ ਲਈ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਗੀ ਜੋ ਤੁਹਾਡੀ ਹੈਲਪਫੁਲ ਹੋਣੀ ਹੈ ਤੁਹਾਡੇ ਲਈ ਰੀਡਿੰਗ। ਐਂਡ ਥੈਂਕ ਯੂ ਸੋ ਮਚ। ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ ਵੀਡੀਓ ਨੂੰ ਐਂਡ ਸ਼ੇਅਰ ਕਰੋ ਪਲੀਜ਼। ਥੈਂਕ ਯੂ।